ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਬੋਲ ਮਨਾ ਛੰਦ ਤਉ ਪ੍ਰਸਾਦ। ਕਰੁਣਾਲਯ ਹੈ ਅਰ ਘਾਲਿਆ ਹੈ। ਖਲ ਖੰਡਨ ਹੈ ਮਹਿ ਮੰਡਨ ਹੈ। ਜਗਤਵੇਸ਼ਵਰ ਹੈ ਪਰਮੇਸ਼ਵਰ ਹੈ। ਕਲ ਕਾਰਨ ਹੈ ਸਰਬ ਉਬਾਰਨ ਹੈ। ਤ੍ਰਿਤ ਕੇ ਤ੍ਰਣ ਹੈ ਜਗ ਕੇ ਕਰਣ ਹੈ। ਮਨ ਮਾਨਿਆ ਹੈ ਜਗ ਜਾਣਿਆ ਹੈ। ਸਰਬੰ ਭਰ ਹੈ ਸਰਬੰ ਕਰ ਹੈ। ਸਰਬ ਪਾਸਿਆ ਹੈ ਸਰਬ ਨਾਸਿਆ ਹੈ। ਕਰੁਣਾ ਕਰ ਹੈ ਵਿਸ਼ਵੰਬਰ ਹੈ। ਸਰਵੇਸ਼ਵਰ ਹੈ ਜਗਤੇਸ਼ਵਰ ਹੈ। ਸਰਵੇਸ਼ਵਰ ਹੈ ਜਗਤੇਸ਼ਵਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਹੁੰਚ ਕੇ ਆਪ ਜੀ ਚੱਲ ਰਹੇ ਵਕਤ ਦੀ ਧਾਰਾ ਵਿੱਚੋਂ ਇਸ ਸਮੇਂ ਨੂੰ ਸਫਲ ਕਰ ਰਹੇ ਹੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਮਹਾਨ ਬਾਣੀ ਜਾਪ ਸਾਹਿਬ, ਜਿਸ ਦੇ ਅੱਜ 171 ਤੋਂ ਲੈ ਕੇ 75 ਤੱਕ 5 ਛੰਦ ਆਪ ਜੀ ਨੇ ਸਰਵਣ ਕੀਤੇ। ਇਹਨਾਂ ਛੰਤਾਂ ਦਾ ਸਿਰਲੇਖ ਹਜ਼ੂਰ ਨੇ ਬਹੁਤ ਸੁੰਦਰ ਦਿੱਤਾ ਹੈ। ਕਹਿੰਦੇ ਨੇ ਕਰੁਣਾਲਯ ਹੈ ਤੂੰ ਕਰੁਣਾ ਦਾ ਘਰ ਹੈ। ਇੱਕ ਸ਼ਬਦ ਦਇਆ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵਾਰ-ਵਾਰ ਆਇਆ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਦਇਆ ਕਰਨੀ। ਇੱਕ ਸ਼ਬਦ ਤਰਸ ਹੈ। ਤਰਸ ਪਿਆ ਮਿਹਰਾਮਤ ਹੋਈ। ਇਹ ਵੱਖਰੇ ਵੱਖਰੇ ਸ਼ਬਦ ਨੇ। ਤਰਸ, ਦਇਆ, ਕਿਰਪਾ, ਮਿਹਰ। ਔਰ ਇੱਕ ਸ਼ਬਦ ਅੱਜ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਰੁਣਾ। ਕਰੁਣਾ ਜਮਾ ਆਲਿਆ। ਆਲਿਆ ਦਾ ਅਰਥ ਹੁੰਦਾ ਘਰ। ਆਲਿਆ ਦਾ ਅਰਥ ਹੈ ਆਲਣਾ। ਆਲਣੇ ਦਾ ਅਰਥ ਹੈ ਘਰ। ਇਹ ਸਾਰੇ ਸ਼ਬਦ ਜਿਹੜੇ ਇੱਕੋ ਦਸ਼ਾ ਦੇ ਕਈ ਨਾਮ ਨੇ। ਇੱਕ ਚੀਜ਼ ਦੇ ਕਈ ਨਾਮ ਰੱਖੇ ਗਏ ਨੇ। ਜਿਵੇਂ ਆਪਾਂ ਕਹਿੰਦੇ ਹਾਂ ਇਹ ਇੱਕ ਬੁਖਾਰ ਹੈ ਜਿਹੜਾ ਕੁਝ ਪੁਆਇੰਟ ਚੜ੍ਹਿਆ, ਉਹਨੂੰ ਕਹਾਂਗੇ ਤਰਸ। ਜਦੋਂ ਕਿਸੇ ਵੱਲ ਵੇਖ ਕੇ ਗੁਰੂ ਨੂੰ ਤਰਸ ਆ ਜਾਏ ਉਹਦੀ ਯਤੀਮਤਾ 'ਤੇ,
ਉਹਦੀ ਹੀਨਤਾ ਦੇ ਉੱਤੇ, ਉਹਦੇ ਅਵਗੁਣਾਂ ਦੇ ਭਰੇ ਹੋਏ ਜੀਵਨ ਵੱਲ ਵੇਖ ਕੇ ਇਹ ਗੁਰੂ ਨੂੰ ਜਿਸ ਬੰਦੇ 'ਤੇ ਤਰਸ ਆਉਂਦਾ ਹੈ, ਉਹ ਤਰਸ ਉਸ ਇਕੱਲੇ ਪ੍ਰਤੀ ਹੈ, ਦੂਜਿਆਂ ਵਾਸਤੇ ਨਹੀਂ ਹੈ। ਉਹ ਸਿਰਫ ਇਕੱਲੇ ਨੂੰ ਚੁਣਦੇ ਨੇ ਸਤਿਗੁਰੂ, ਉਹਦੇ ਉੱਤੇ ਤਰਸ, ਦੂਜਿਆਂ 'ਤੇ ਨਹੀਂ। ਇਹਦੇ ਤੋਂ ਅੱਗੇ ਦਇਆ ਹੈ। ਦਇਆ ਇੱਕ ਸੁਭਾਅ ਦਾ ਨਾਮ ਹੈ। ਗੁਰੂ ਸਦਾ ਦਇਆ ਵਿੱਚ ਰਹਿੰਦੇ ਨੇ ਔਰ ਸਤਿਗੁਰ ਪੁਰਖ ਨਿਰਵੈਰ ਹੈ, ਤਿਸ ਨੂੰ ਦਇਆ ਸਦਾ ਹੋਏ। ਦਇਆ ਵੀ ਇੱਕ ਦਸ਼ਾ, ਜਿਵੇਂ ਥੋੜ੍ਹਾ ਜਿਹਾ ਮੈਂ ਉਦਾਹਰਨ ਦੇ ਰਿਹਾ ਵੀ ਇੱਕੋ ਚੀਜ਼ ਦੇ ਕਈ ਨਾਮ ਨੇ। ਜਿਵੇਂ ਬੁਖਾਰ ਥੋੜ੍ਹਾ ਜਿਹਾ ਹੋਰ ਵੱਧ ਗਿਆ, 102 ਤੇ ਚਲਾ ਗਿਆ, ਸਰੀਰ ਅੱਗੇ ਨਾਲੋਂ ਜ਼ਿਆਦਾ ਭਖਣ ਲੱਗ ਗਿਆ, ਪਰ ਜਦੋਂ ਬੁਖਾਰ ਇੰਨਾ ਚਲਾ ਜਾਂਦਾ ਵੀ 107 ਨੂੰ ਪਾਰ ਕਰਦਾ ਹੈ, ਉਦੋਂ ਫਿਰ ਜਿਸ ਨੂੰ ਬੁਖਾਰ ਚੜ੍ਹਿਆ ਉਹਦੀ ਦਸ਼ਾ ਵੱਖਰੀ ਹੈ, ਉਹ ਬੇਹੋਸ਼ ਹੋ ਜਾਂਦਾ ਹੈ। ਤਾਂ ਜਦੋਂ ਦਇਆ ਬਹੁਤ ਵੱਧ ਜਾਏ, ਉਹਨੂੰ ਕਹਿੰਦੇ ਨੇ ਕਰੁਣਾ। ਦਇਆ ਜ਼ਿਆਦੀ ਹੋ ਜਾਏ, ਉਹਦੀ ਜਿਹੜੀ ਅੰਦਰ ਮਿਕਦਾਰ ਹੈ, ਪਰਸੈਂਟੇਜ ਹੈ ਜਿਹੜੀ, ਉਹ ਜਦੋਂ ਬਿਲਕੁਲ 100% 'ਤੇ ਚਲੀ ਜਾਏ ਦਇਆ, ਤੇ ਉਦੋਂ ਬਣਦੀ ਹੈ ਕਰੁਣਾ। ਕਰੁਣਾ ਸ਼ਬਦ ਬਹੁਤ ਮਹਿੰਗਾ। ਕਰੁਣਾਲਿਆ ਹੈ, ਅਕਾਲ ਪੁਰਖ ਨੂੰ ਕਹਿੰਦੇ ਨੇ ਤੂੰ ਕਰੁਣਾਲਿਆ, ਤੇਰੇ ਵਿੱਚ ਕਰੁਣਾ ਰਹਿੰਦੀ ਹੈ। ਤੇ ਜਦੋਂ ਕੋਈ ਉਹਨੂੰ ਜਪਦਾ ਹੈ, ਉਹਨੂੰ ਪਿਆਰ ਕਰਦਾ ਹੈ, ਤੇ ਇੱਕ ਦਿਨ ਉਹਦੇ ਵਿੱਚ ਵੀ ਪਹਿਲਾਂ ਤੇ ਤਰਸ ਆਏਗਾ ਉਹਦੇ ਮਨ ਵਿੱਚ, ਫਿਰ ਦਇਆ ਆਵੇਗੀ, ਫਿਰ ਇੱਕ ਦਿਨ ਐਸੇ ਸਰੀਰ ਵਿੱਚੋਂ, ਗੁਰਮੁਖ ਵਿੱਚੋਂ, ਗੁਰਸਿੱਖ ਵਿੱਚੋਂ ਕਰੁਣਾ ਦਾ ਜਨਮ ਹੁੰਦਾ ਹੈ। ਕਰੁਣਾ ਕਿਸ ਨੂੰ ਕਹਿੰਦੇ ਨੇ? ਜਿਹੜੀ ਸਾਰਿਆਂ 'ਤੇ ਲਗਾਤਾਰ ਰਵੇ। ਉਹ ਇਹ ਨਹੀਂ ਵਹਿੰਦੀ ਵੀ ਇਹ ਜਿਉਂਦਾ ਆਦਮੀ ਹੈ ਜਾਂ ਇਹ ਜੜ ਚੀਜ਼ ਹੈ। ਇਹ ਥੋੜ੍ਹਾ ਜਿਹਾ ਵਿਸ਼ਾ ਆਪ ਜੀ ਨੇ ਸਮਝਣਾ। ਕਰੁਣਾ ਦੇ ਅਰਥ ਨੇ ਜੜ ਤੇ ਚੇਤਨ ਦੋਵਾਂ 'ਤੇ ਦਇਆ ਕਰੀ ਜਾਣੀ। ਜੜ ਦਾ ਅਰਥ ਹੈ ਜਿਵੇਂ ਕੰਧਾਂ ਨੇ, ਕੱਪੜਾ ਹੈ, ਇਹ ਫੁੱਲ ਪਏ ਹੋਏ ਨੇ, ਇਹ ਸਾਰੀਆਂ ਜੜ ਚੀਜ਼ਾਂ ਨੇ, ਜੜ ਮਾਇਆ ਹੈ। ਚੇਤਨ ਜਿਹੜੀ ਮਾਇਆ, ਉਹਦੇ ਅਰਥ ਨੇ ਜਿਵੇਂ ਮਨੁੱਖ ਦਾ ਸਰੀਰ ਹੈ, ਇਸਤਰੀ ਦਾ ਸਰੀਰ ਹੈ, ਕਿਸੇ ਪਸ਼ੂ ਦਾ ਸਰੀਰ ਹੈ, ਕਿਸੇ ਪੰਛੀ ਦਾ ਸਰੀਰ ਹੈ। ਆਪਾਂ ਕਿਸੇ ਮੱਛੀਆਂ ਨੂੰ ਕੋਈ ਦਾਣੇ ਪਾਉਂਦਾ ਹੈ ਪਾਣੀ ਵਿੱਚ, ਉਹ ਸਿਰਫ ਚੇਤਨ ਸੱਤਾ ਦੇ ਨਾਲ ਪਿਆਰ ਕਰ ਰਿਹਾ ਹੈ। ਉਹ ਜਿਸ ਪੁਲ ਦੇ ਉੱਤੇ ਖਲੋ ਕੇ ਪਾ ਰਿਹਾ, ਉਹਨੂੰ ਉਸ ਪੁਲ ਨਾਲ ਪਿਆਰ ਨਹੀਂ ਹੈ। ਧਿਆਨ ਦੇਣਾ। ਉਹ ਸਿਰਫ ਜਿਉਂਦੀਆਂ ਚੀਜ਼ਾਂ ਦੇ ਨਾਲ, ਸਰੀਰਾਂ ਨਾਲ ਸਨੇਹ ਕਰਦਾ ਹੈ। ਪਰ ਜਿੱਦਣ ਕਿਸੇ ਦੇ ਵਿੱਚ ਕਰੁਣਾਲਿਆ ਹੈ, ਕਰੁਣਾ ਆ ਜਾਂਦੀ ਹੈ, ਤੇ ਫਿਰ ਉਹ ਕੱਪੜਿਆਂ ਨਾਲ ਵੀ ਪਿਆਰ ਕਰਨ ਲੱਗ ਪੈਂਦਾ ਹੈ, ਫਿਰ ਉਹ ਕੰਧਾਂ ਨਾਲ ਵੀ ਪਿਆਰ ਕਰਨ ਲੱਗ ਪੈਂਦਾ। ਸ਼ਾਇਦ ਇਸੇ ਕਰਕੇ ਇੱਕ ਭਟਕਣਾ ਬਣੀ ਸੰਸਾਰ ਦੇ ਵਿੱਚ। ਜਿਹੜੇ ਭਗਤ ਜਨ ਸਨ, ਰੱਬ ਦੇ ਪਿਆਰੇ ਸਨ, ਜਦੋਂ ਉਹਨਾਂ ਦੇ ਵਿੱਚ ਨਾਮ ਜਪਦਿਆਂ ਕਰੁਣਾ ਆ ਗਈ ਨਾ, ਡੂੰਘੀ ਦਇਆ, ਤੇ ਉਹ ਫਿਰ ਸਾਰੇ ਬ੍ਰਹਿਮੰਡ ਦਾ ਵਿੱਚ ਉਹਦਾ ਰੂਪ ਵੇਖਣ ਲੱਗ ਪਏ। ਤੁਸੀਂ ਬਾਣੀ ਵਿੱਚ ਪੜ੍ਹਦੇ ਹੋ, ਜੋ ਦਿਸੈ ਸੋ ਤੇਰਾ ਰੂਪ। ਜਦੋਂ ਇੱਥੇ ਦਿਸਣ ਦੀ ਗੱਲ ਆਉਂਦੀ, ਇਹ ਨਹੀਂ ਕਿਹਾ ਵੀ ਆਦਮੀਆਂ ਵਿੱਚ ਮੈਨੂੰ ਦਿਸਦਾ, ਇਕੱਲਾ ਇਹ ਨਹੀਂ। ਜੋ ਦਿਸੈ, ਜੋ ਦਿਸਣ ਦਾ ਮਤਲਬ ਇਹ ਸਾਹਮਣੇ ਕੰਧ ਹੈ, ਇਹ ਸਾਹਮਣੇ ਕੱਪੜਾ ਹੈ, ਇਹ ਮਕਾਨ ਹੈ ਕਿ ਸੜਕ ਹੈ ਕਿ ਗੱਡੀ ਹੈ ਕਿ ਤਾਰੇ ਸਿਆਰੇ ਨੇ ਕਿ ਆਕਾਸ਼ ਹੈ। ਜੋ ਕੁਝ ਦਿਸ ਰਿਹਾ, ਜੋ ਦਿਸੈ, ਜੋ ਦਿਸੈ ਦਾ ਮਤਲਬ ਜੋ ਨਜ਼ਰ ਆਉਂਦਾ ਹੈ, ਉਹਦੇ ਵਿੱਚੋਂ ਤੇਰੇ ਝਲਕਾਰੇ ਪੈ ਰਹੇ ਨੇ, ਉਹਦੇ ਵਿੱਚੋਂ ਤੇਰੇ ਰੂਪ ਦੇ ਦਰਸ਼ਨ ਹੋ ਰਹੇ ਨੇ। ਤਾਂ ਇਸ ਤਰ੍ਹਾਂ ਜਦੋਂ ਇੰਨੀ ਦਇਆ ਵੱਧ ਜਾਂਦੀ ਹੈ, ਤੇ ਉਹਨੂੰ ਕਹਿੰਦੇ ਨੇ ਕਰੁਣਾ ਆ ਗਈ ਇਸ ਬੰਦੇ ਵਿੱਚ। ਦਿਨ ਰਾਤ ਉਹ ਇੱਕ ਪਿਆਰ ਦੀ ਦਸ਼ਾ ਵਿੱਚ ਰਹਿੰਦਾ ਹੈ। ਔਰ ਇਸੇ ਕਾਰਨ ਕਈ ਭਗਤਾਂ ਦੇ ਵਿੱਚ ਕਰੁਣਾ ਬਹੁਤ ਹੀ ਵੱਧ ਗਈ। ਵੱਖਰੀ ਪ੍ਰਕਾਰ ਦੇ ਭਗਤ ਹੁੰਦੇ ਨੇ। ਉਹਨਾਂ ਨੇ ਜੇ ਰੁੱਖ ਕੋਲ ਖੜੇ ਤੇ ਰੁੱਖ ਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ, ਉਹਦੇ ਵਿੱਚੋਂ ਵੀ ਉਹਦੇ ਦੀਦਾਰ ਕਰਨੇ ਸ਼ੁਰੂ ਕਰ ਦਿੱਤੇ। ਰੁੱਖ ਵਿੱਚੋਂ ਵੇਖਿਆ, ਪਿਆਰ ਵਿੱਚ ਇੰਨੇ ਆ ਗਏ ਵੀ ਰੁੱਖ ਵਿੱਚੋਂ ਦੀਦਾਰ ਹੋਏ ਰੱਬ ਦੇ। ਹੁਣ ਉਹ ਜਿਹੜਾ ਭਗਤ ਹੈ, ਜਿਵੇਂ ਭਗਤ ਨਾਮਦੇਵ ਜੀ ਨੇ, ਉਹਨਾਂ ਦੇ ਜੀਵਨ ਵਿੱਚ ਕਰੁਣਾ ਬਹੁਤ ਹੀ ਜ਼ਿਆਦਾ ਆ ਗਈ। ਤੇ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਜਾਪ ਸਾਹਿਬ ਨੂੰ ਸਮਝਣਾ ਹੈ ਨਾ, ਉਹਨਾਂ ਨੂੰ ਪਹਿਲਾਂ ਭਗਤ ਨਾਮਦੇਵ ਜੀ ਦੀ ਬਾਣੀ ਦੇ ਅਰਥ ਚੰਗੀ ਤਰ੍ਹਾਂ ਪੜ੍ਹਨੇ ਚਾਹੀਦੇ ਨੇ।
ਕਿਉਂਕਿ ਜਿਹੜੀ ਦਸ਼ਾ ਵਿੱਚ ਭਗਤ ਨਾਮਦੇਵ ਜੀ ਰਹਿੰਦੇ ਨੇ, ਉਸ ਦਸ਼ਾ ਵਿੱਚੋਂ ਜਾਪ ਸਾਹਿਬ ਉਚਾਰਿਆ ਗਿਆ ਵੀ ਚੌਵਾਂ ਪਾਸੇ ਜਿੱਧਰ ਵੇਖੋ ਉਹਦਾ ਹੀ ਰੂਪ। ਜੇ ਕ੍ਰੋਧੀ ਵੱਲ ਵਹਿੰਦੇ ਨੇ ਗੁਰੂ ਗੋਬਿੰਦ ਸਿੰਘ ਤਾਂ ਉਹਦੇ ਵੱਲ ਕਹਿੰਦੇ ਨੇ ਕਰੂਰ ਕਰਮੇ, ਨਮੋ ਕਰੂਰ ਕਰਮੇ, ਇਸ ਕ੍ਰੋਧੀ ਵਿੱਚ ਵੀ ਤੂੰ ਹੈ, ਇਸ ਭੋਗੀ ਵਿੱਚ ਵੀ ਤੂੰ ਹੈ, ਇਸ ਜੋਗੀ ਵਿੱਚ ਵੀ ਤੂੰ ਹੈ, ਇਸ ਸ਼ਾਂਤ ਚਿੱਤ ਵਿੱਚ ਨਮੋ ਸ਼ਾਂਤ ਰੂਪੇ, ਨਮੋ ਕਲੈ ਕਰਤਾ, ਆ ਜਿਹੜਾ ਕਲੇਸ਼ ਕਰ ਰਿਹਾ ਇਹਦੇ ਵਿੱਚ ਵੀ ਤੂੰ ਹੈ, ਨਮੋ ਸ਼ਾਂਤ ਰੂਪੇ, ਆ ਜਿਹੜਾ ਸ਼ਾਂਤ ਹੈ ਇਹਦੇ ਵਿੱਚ ਵੀ ਤੂੰ ਹੈ। ਤੇ ਇੱਥੇ ਸਮਝ ਨਹੀਂ ਆਵੇਗੀ, ਅਸੀਂ ਤੇ ਦੋਵਾਂ ਨੂੰ ਵੱਖਰਾ ਕਰਕੇ ਵੇਖਾਂਗੇ ਨਾ ਵੀ ਇਹ ਕਲੇਸ਼ੀ ਹੈ, ਨਮੋ ਕਲੈ ਕਰਤਾ। ਪਰ ਗੁਰੂ ਗੋਬਿੰਦ ਸਿੰਘ ਕਲੈ ਕਰਤਾ, ਕਲੈ ਦੇ ਅਰਥ ਨੇ ਕਲੇਸ਼ ਕਰਨ ਵਾਲੇ ਦੇ ਵਿੱਚ ਵੀ ਉਹੀ ਹੈ। ਗੁਰੂ ਗੋਬਿੰਦ ਸਿੰਘ ਅਸੀਂ ਕਵਾਂਗੇ ਕਲੇਸ਼ੀ ਹੈ, ਪਾਪ ਹੈ, ਸ਼ਾਂਤ ਹੈ ਤੇ ਧਰਮ ਹੈ, ਉਹ ਨਹੀਂ ਵੇਖਣਗੇ ਇਸ ਤਰ੍ਹਾਂ। ਉਹਨਾਂ ਨੇ ਉਸ ਕਲੇਸ਼ ਕਰਨ ਵਾਲੇ ਵਿੱਚ ਤੇ ਸ਼ਾਂਤ ਰਹਿਣ ਵਾਲੇ ਦੇ ਧੁਰੇ ਵਿੱਚ ਡੂੰਘੇ ਥਾਂ ਤੇ ਜਿਹੜਾ ਬੈਠਾ ਹੋਇਆ ਉਹਨੂੰ ਵੇਖਿਆ, ਬਾਹਰੋਂ ਨਹੀਂ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹੋਰ ਬਚਨ ਆਏ ਨੇ ਵਿੱਚ ਤੁਸੀਂ ਸੁਣਦੇ ਰਹੇ ਹੋ, ਨਮੋ ਅੰਧਕਾਰੇ, ਹਨੇਰੇ ਵਿੱਚ ਵੀ ਤੂੰ ਹੈ, ਨਮੋ ਤੇਜ ਤੇਜੇ, ਤੇਜਦਾ ਅਰਥ ਚਾਨਣ ਵਿੱਚ ਵੀ ਤੂੰ ਹੈ। ਦੋਵਾਂ ਚੀਜ਼ਾਂ ਵਿੱਚੋਂ ਇਕੱਠਾ ਵੇਖਿਆ, ਪਾਪ ਵਿੱਚੋਂ ਵੀ ਵੇਖਿਆ, ਪੁੰਨ ਵਿੱਚੋਂ ਵੀ ਵੇਖਿਆ। ਤਾਂ ਇਹ ਸਮਝ ਇੱਕ ਸੰਸਾਰੀ ਮਾਈਂਡ ਨੂੰ ਨਹੀਂ ਆਵੇਗੀ। ਤਾਂ ਭਗਤ ਨਾਮਦੇਵ ਜੀ ਵੱਲ ਵੇਖੋ, ਜੇ ਘਰੋਂ ਨਿਕਲੇ ਤੇ ਉਹਨਾਂ ਦਾ ਇੱਕ ਸ਼ਬਦ ਆਉਂਦਾ ਹੈ ਬਈ ਆਨੀ ਲੈ ਕੁੰਭ ਭਰਾਈ ਲੈ ਉਦਕ ਠਾਕੁਰ ਕੋ ਇਸ਼ਨਾਨ ਕਰੂੰ। ਮੈਂ ਘੜਾ ਲਿਆ ਤੇ ਦਰਿਆ ਤੇ ਸਮੁੰਦਰ ਤੇ ਚਲਾ ਗਿਆ ਵੀ ਪਾਣੀ ਲਿਆ ਕੇ ਮੈਂ ਇਸ ਮੂਰਤੀ ਦਾ ਇਸ਼ਨਾਨ ਕਰਾ ਦਿਆਂ। ਜਦੋਂ ਪਾਣੀ ਭਰਨ ਲੱਗਾ ਤੇ ਮੱਛੀਆਂ ਦੀ ਆਦਤ ਹੈ ਵੀ ਜਿੱਥੇ ਕੋਈ ਦਰਿਆ ਦੇ, ਸਰੋਵਰ ਦੇ, ਸਮੁੰਦਰ ਦੇ ਕਿਨਾਰੇ ਆਉਂਦਾ ਤੇ ਮੱਛੀਆਂ ਇਕੱਠੀਆਂ ਝੁੰਡ ਬਣਾ ਕੇ ਆ ਜਾਂਦੀਆਂ ਵੀ ਕੁਝ ਦਾਣੇ ਪਾਉਣ ਲਈ ਆਇਆ। ਉੱਥੇ ਮੱਛੀਆਂ ਸਨ ਤੇ ਭਗਤ ਨਾਮਦੇਵ ਜੀ ਦੀ ਦ੍ਰਿਸ਼ਟੀ ਜਦੋਂ ਮੱਛੀਆਂ ਤੇ ਪਈ, ਉਹਦੇ ਵਿੱਚੋਂ ਝਲਕਾਰਾ ਵੱਜਾ ਪਰਮਾਤਮਾ ਦਾ। ਉੱਥੇ ਹੀ ਬੈਠ ਗਏ, ਉੱਥੇ ਹੀ ਘੜਾ ਸਾਈਡ ਤੇ ਰੱਖ ਦਿੱਤਾ, ਉੱਥੇ ਨਮਸਕਾਰ ਕਰ ਦਿੱਤੀ। ਉਹਦੇ ਵਿੱਚੋਂ ਵੇਖਿਆ ਤੇ ਫਿਰ ਝੁਕੇ ਉਹ। ਇੱਥੇ ਸੰਸਾਰ ਨੇ ਇੱਕ ਗਲਤੀ ਕੀਤੀ ਹੈ, ਭਗਤ ਜੀ ਨੇ ਤੇ ਮੱਛੀਆਂ ਦੇ ਵਿੱਚੋਂ ਵੇਖਿਆ ਤੇ ਝੁਕੇ, ਨਮਸਕਾਰ ਕਰ ਦਿੱਤੀ ਤੇ ਕਹਿ ਦਿੱਤਾ ਤੂੰ ਰੱਬ ਹੈ। ਤੇ ਜਿਹੜੇ ਆਲੇ ਦੁਆਲੇ ਖੜੇ ਸਨ ਨਾ, ਦੌੜ ਕੇ ਆਏ, ਉਹਨਾਂ ਵੇਖਿਆ ਵੀ ਅੱਜ ਕੀ ਕਰ ਰਹੇ ਨੇ ਨਾਮਦੇਵ। ਉਹਨਾਂ ਵੇਖਿਆ ਮੱਛੀਆਂ ਨੂੰ ਮੱਥਾ ਟੇਕ ਰਹੇ ਨੇ। ਉਹਨਾਂ ਜਾ ਕੇ ਕਾਰੀਗਰ ਤੋਂ ਲੱਕੜ ਦੀ ਮੱਛੀ ਬਣਵਾਈ, ਉੱਚੇ ਆਸਣ ਤੇ ਰੱਖੀ, ਅੱਗੇ ਧੂਪ ਜਗਾਉਣੀ ਸ਼ੁਰੂ ਕਰ ਦਿੱਤੀ, ਮੱਛੀ ਦਾ ਧਿਆਨ ਕਰਨਾ ਸ਼ੁਰੂ ਕਰ ਦਿੱਤਾ, ਮੱਛੀ ਦੀ ਪਰਿਕਰਮਾ ਕਰਨੀ ਸ਼ੁਰੂ ਕਰ ਦਿੱਤੀ, ਉਹਦੇ ਅੱਗੇ ਦੀਵੇ ਬਾਲ ਕੇ ਆਰਤੀ ਕਰ ਦਿੱਤੀ ਸ਼ੁਰੂ। ਗਲਤੀ ਹੋ ਗਈ ਇੱਥੇ। ਉੱਥੇ ਗਲਤੀ ਨਹੀਂ ਸੀ, ਉਹਨਾਂ ਨੇ ਅੰਦਰੋਂ ਵੇਖ ਕੇ ਨਮਸਕਾਰ ਕੀਤੀ ਤੇ ਪਿੱਛੇ ਜਿਹੜੀ ਭੀੜ ਤੁਰਨ ਵਾਲੀ ਉਹਨਾਂ ਨੇ ਬਾਹਰੋਂ ਵੇਖ ਲਿਆ, ਉਹਨਾਂ ਨੇ ਬਾਹਰੋਂ ਮੱਛੀ ਖੜੀ ਕਰ ਦਿੱਤੀ। ਇਹ ਗਲਤੀ ਹੋਈ। ਇਹਦੇ ਵਿੱਚੋਂ 33 ਕਰੋੜ ਦੇਵਤਿਆਂ ਦੀ ਪੂਜਾ ਨਿਕਲੀ, ਇਹਦੇ ਵਿੱਚੋਂ ਰੁੱਖਾਂ ਦੀ ਪੂਜਾ, ਪਹਾੜਾਂ ਦੀ ਪੂਜਾ, ਸੱਪਾਂ ਦੀ। ਹੁਣ ਤੁਸੀਂ ਵਹਿੰਦੇ ਹੋ, ਰੱਬ ਦੇ ਪਿਆਰੇ ਬਹੁਤੀ ਵਾਰੀ ਜੰਗਲਾਂ ਦਾ ਸਹਾਰਾ ਲੈਂਦੇ ਰਹੇ ਨੇ ਉੱਥੇ ਬੈਠ ਕੇ, ਤੇ ਉੱਥੇ ਸੱਪ ਆਦਿਕ ਬੜੇ ਆਉਂਦੇ ਸਨ। ਮੈਂ ਇੱਕ ਮਹਾਂਪੁਰਸ਼ ਬੜੇ ਹੀ ਪਿਆਰ ਵਾਲੇ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਵਿੱਚ ਪੜ੍ਹਿਆ ਵੀ ਜਦੋਂ ਉਹ ਕਈ ਵਾਰੀ ਘੰਟਿਆਂ ਬੱਧੀ ਧਿਆਨ ਵਿੱਚ, ਸਿਮਰਨ ਵਿੱਚ ਬਹਿੰਦੇ ਸਨ ਤੇ ਉੱਥੇ ਰਹਿੰਦਾ ਇੱਕ ਸੱਪ ਉਹਨਾਂ ਦੇ ਨੇੜੇ ਆ ਕੇ ਕਈ ਵਾਰੀ ਉਹਨਾਂ ਦੇ ਇੱਧਰ ਗੋਡੇ ਨਾਲ ਆਪਣਾ ਸਿਰ ਲਾ ਕੇ ਬੈਠਾ ਰਹਿੰਦਾ ਸੀ। ਉਹਨੂੰ ਠੰਡ ਮਿਲਦੀ ਸੀ, ਉਹਦੇ ਵਿੱਚ ਸਕੂਨ ਮਿਲਦਾ ਸੀ। ਤਾਂ ਜਦੋਂ ਇਸ ਤਰ੍ਹਾਂ ਦੇ ਜਾਨਵਰ, ਇਸ ਤਰ੍ਹਾਂ ਦੇ ਪਸ਼ੂ, ਇਸ ਤਰ੍ਹਾਂ ਦੇ ਪੰਛੀ, ਕਿਉਂਕਿ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਉੱਥੇ ਸਭਨਾ ਦੇ ਪਿਆਰੇ ਦਾ ਅਰਥ ਇਹ ਨਹੀਂ ਵੀ ਸਭਨਾ ਵਿੱਚ ਕੇਵਲ ਆਦਮੀ ਆਉਂਦੇ, ਨਹੀਂ, ਉਹਦੇ ਵਿੱਚ ਸੱਪ ਵੀ ਆ ਸਕਦੇ, ਉਹਦੇ ਵਿੱਚ ਕੋਈ ਸ਼ੇਰ ਵੀ ਆ ਸਕਦਾ, ਉਹਦੇ ਵਿੱਚ ਕੋਈ ਹੋਰ ਵੀ ਜਾਨਵਰ ਆ ਸਕਦਾ। ਤੇ ਜਦੋਂ ਉਹਨਾਂ ਨਾਲ ਐਸੇ ਭਗਤਾਂ ਦਾ ਸੰਬੰਧ ਜੁੜਿਆ, ਉਹਦੇ ਵਿੱਚੋਂ ਉਹਨਾਂ ਨੂੰ ਵੇਖ ਲਿਆ ਤੇ ਸੰਸਾਰ ਵਾਲਿਆਂ ਨੇ ਵੇਖਿਆ ਤੇ ਪਸ਼ੂਆਂ ਨਾਲ ਪਿਆਰ ਕਰ ਰਹੇ ਨੇ, ਫਿਰ ਪਸ਼ੂਆਂ ਦੀ ਪੂਜਾ ਸ਼ੁਰੂ ਹੋ ਗਈ। ਅੱਜ ਤੱਕ ਹੁੰਦੀ ਹੈ, ਤੁਸੀਂ ਕਹਿੰਦੇ ਹੋ ਮੰਦਰਾਂ ਵਿੱਚ, ਕਿਤੇ ਕੋਈ ਪਸ਼ੂ ਖੜਾ ਹੈ ਉਹਦੇ ਅੱਗੇ ਧੂਪ ਬੱਤੀ ਚੱਲਦੀ ਹੈ, ਕਿਤੇ ਕੋਈ ਪਸ਼ੂ ਖੜਾ ਹੈ, ਕਿਤੇ ਕਿਸੇ ਪਸ਼ੂ ਦੀ, ਕਿਸੇ ਸੱਪ ਦੀ, ਕਿਸੇ ਰੁੱਖ ਦੀ, ਕਿਸੇ ਪਿੱਪਲ ਦੀ ਪੂਜਾ ਹੋ ਰਹੀ। ਕਿਉਂ ਹੋਇਆ?
ਜਿੱਥੋਂ ਇਹ ਗੱਲ ਸ਼ੁਰੂ ਹੋਈ ਸੀ ਉਹ ਵੱਖਰੀ ਸੀ, ਜਦੋਂ ਬਾਅਦ ਵਿੱਚ ਹੋਈ ਉਦੋਂ ਗੱਲ ਗਲਤ ਹੋ ਗਈ। ਇਸ ਨੂੰ ਰੋਕਣ ਦਾ ਯਤਨ ਕੀਤਾ ਗਿਆ ਬਾਣੀ ਵਿੱਚ, ਤੇ ਭਗਤ ਜੀ ਨੇ ਕਿਹਾ ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰਜੀਓ। ਉਹ ਜਿਹੜਾ ਪੱਥਰ ਹੈ ਉਹ ਨਿਰਜਿੰਦ ਹੈ, ਜਿਹਦੇ ਅੱਗੇ ਤੂੰ ਝੁਕ ਰਿਹਾ ਹੈ। ਫਿਰ ਸਵਾਲ ਖੜਾ ਹੁੰਦਾ ਉਹ ਕਿਉਂ ਝੁਕੇ? ਰੱਬ ਦੇ ਪਿਆਰੇ ਮੱਛੀਆਂ ਅੱਗੇ ਕਿਉਂ ਝੁਕੇ? ਉਹ ਝੁਕੇ ਸਨ ਅੰਦਰੋਂ ਨੂਰ ਨੂੰ ਵੇਖ ਕੇ, ਉਹ ਬਾਹਰਲੇ ਆਕਾਰ ਨੂੰ ਵੇਖ ਕੇ ਨਹੀਂ ਝੁਕੇ। ਉਹਨਾਂ ਨੇ ਵਿੱਚੋਂ ਵੇਖਿਆ ਵੀ ਇਸ ਮੱਛੀਆਂ ਦੇ ਵਿੱਚੋਂ, ਤੇ ਭਗਤ ਜੀ ਉਸ ਉੱਥੇ ਪਾਣੀ ਲਿਆਉਣਾ ਭੁੱਲ ਗਏ। ਆਨ ਲੈ ਕੁੰਭ ਭਰਾਈ ਲੈ ਉਦਕ ਠਾਕੁਰ ਕੋ ਇਸ਼ਨਾਨ ਕਰੋ, 42 ਲੱਖ ਜੀ ਜਲ ਮੈਂ ਹੋਤੇ, ਬੀਠਲ ਭੈਲਾ। ਉਹਨਾਂ ਦੇ ਵਿੱਚ ਰੱਬ ਵਸਦਾ ਹੈ। ਬੀਠਲ ਭੈਲਾ ਕਾਏ ਕਰੋ। ਹੁਣ ਇੱਥੋਂ ਪਾਣੀ ਭਰ ਕੇ ਉੱਥੇ ਕਿਵੇਂ ਲਿਜਾਵਾਂ? ਘੜਾ ਉੱਥੇ ਹੀ ਰਹਿ ਗਿਆ ਨਾਮਦੇਵ ਦਾ। ਸਾਰਾ ਦਿਨ ਉਸ ਦਰਿਆ ਦੇ ਕਿਨਾਰੇ ਤੇ ਬੈਠੇ ਰਹੇ। ਤਾਂ ਉਹ ਕਿਹੜੀ ਦਸ਼ਾ ਸੀ ਜਿਹਦੇ ਵਿੱਚ ਭਗਤ ਨਾਮਦੇਵ ਜਿਉਂਦੇ ਨੇ? ਉਹ ਦਸ਼ਾ ਸੀ ਜਿਹਨੂੰ ਕਰੁਣਾ ਕਹਿੰਦੇ ਨੇ। ਕਰੁਣਾ ਦਾ ਮਤਲਬ, ਤੇ ਕੇਵਲ ਉਹ ਗੱਲ ਜਿਉਂਦੇ ਚੀਜ਼ਾਂ ਤੱਕ ਸੀਮਤ ਨਹੀਂ ਰਹਿੰਦੀ, ਖਿਆਲ ਰੱਖਣਾ। ਇੱਕ ਹੋਰ ਮੈਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਂਝਾ ਕਰਦੇ ਹਾਂ। ਜਿੱਦਣ ਇਹ ਕਰੁਣਾ ਅੰਦਰ ਆ ਜਾਂਦੀ ਨਾ, ਪਿਆਰ ਅੰਦਰ ਆਉਂਦਾ, ਉਦਣ ਆਦਮੀ ਜਿਹੜੀ ਚੀਜ਼ ਨੂੰ ਹੱਥ ਲਾਉਂਦਾ ਉਹ ਵੀ ਬੜੇ ਪਿਆਰ ਨਾਲ ਛੂੰਹਦਾ, ਪਿਆਰ ਨਾਲ। ਤੁਸੀਂ ਤਾਂ ਕਈ ਵਾਰੀ ਵੇਖੋਗੇ ਜਿਉਂ-ਜਿਉਂ ਅੰਦਰ ਦੀ ਦਸ਼ਾ ਬਦਲੇਗੀ, ਬੰਦੇ ਦੇ ਹੱਥਾਂ ਦੇ ਕੰਮ ਕਰਨ ਦਾ ਤਰੀਕਾ ਤਬਦੀਲ ਹੋ ਜਾਏਗਾ। ਜਿਉਂ-ਜਿਉਂ ਉਹਦੇ ਮਨ ਵਿੱਚ ਦਇਆ ਭਾਰੂ ਹੋਵੇਗੀ, ਫਰਕ ਪੈ ਜਾਏਗਾ। ਵੀ ਰਸੋਈ ਦੇ ਵਿੱਚ ਗਏ, ਜਾਂ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਕੋਈ ਦਫ਼ਤਰ ਵਿੱਚ ਮਨੁੱਖ ਬੈਠਾ ਹੈ ਤਾਂ ਕਿਸੇ ਨਾਲ ਦੇ ਅਫੀਸਰ ਦੇ ਨਾਲ ਉਹਦਾ ਝਗੜਾ ਹੋ ਗਿਆ, ਕ੍ਰੋਧਿਤ ਹੋ ਗਿਆ, ਹੱਥ ਵਿੱਚ ਪੈਨ ਫੜਿਆ ਸੀ, ਕੁਝ ਲਿਖ ਰਿਹਾ ਸੀ, ਤਾਂ ਪੈਨ ਇੱਕਦਮ ਮਾਰਿਆ ਬੈਂਚ ਦੇ ਉੱਤੇ ਖਿੱਚ ਕੇ, ਕਾਪੀ ਸਿੱਟ ਦਿੱਤੀ, ਜਾਂ ਕਈ ਕੁਝ ਇਸ ਤਰ੍ਹਾਂ। ਤਾਂ ਤੁਸੀਂ ਇਸ ਤਰ੍ਹਾਂ ਰਸੋਈ ਵਿੱਚ ਵੇਖੋਗੇ ਕਿ ਬਹੁਤੀ ਆਵਾਜ਼ ਕਿਉਂ ਹੈ, ਕਿ ਆਦਮੀ ਬਰਤਨਾਂ ਨੂੰ, ਭਾਂਡਿਆਂ ਨੂੰ ਚੁੱਕ ਚੁੱਕ ਕੇ ਵਗਾਉਂਦਾ ਹੈ, ਜਾਂ ਗੁੱਸੇ ਵਿੱਚ ਆ ਕੇ ਕਈ ਵਾਰੀ ਬੰਦਾ ਸਰੀਰ ਤੋਂ ਕੱਪੜੇ ਲਾ ਕੇ ਵੀ ਬੜੇ ਜ਼ੋਰ ਨਾਲ ਸੁੱਟਦਾ। ਕ੍ਰੋਧ ਹੈ, ਕ੍ਰੋਧ ਦੇ ਸਿਗਨਲ ਬਾਹਰ ਪ੍ਰਗਟ ਹੁੰਦੇ ਨੇ। ਜਦੋਂ ਅੰਦਰ ਕਰੁਣਾ ਆ ਜਾਏਗੀ, ਇੱਕ ਭਾਂਡਾ ਵੀ ਉਹਦੇ ਵਿੱਚੋਂ ਵੀ ਉਹਦੇ ਦੀਦਾਰ ਹੋਣਗੇ। ਉਹਨੂੰ ਕਹਿੰਦੇ ਨੇ ਸਹਿਜ ਕੀ ਅਕਥ ਕਥਾ ਹੈ ਨਿਆਰੀ। ਸਹਿਜ ਇਹ ਨਹੀਂ ਵੀ ਤੁਸੀਂ ਜਦੋਂ ਕੀਰਤਨ ਸੁਣਨਾ ਉਦੋਂ ਸਹਿਜ ਵਿੱਚ ਰਹੋਗੇ ਤੇ ਬਾਹਰ ਜਾ ਕੇ ਭੰਗੜਾ ਪਾਉਣ ਲੱਗ ਜਾਓਗੇ, ਇਸ ਤਰ੍ਹਾਂ ਦਾ ਸਹਿਜ ਨਹੀਂ ਹੁੰਦਾ ਕੋਈ। ਸਹਿਜ ਕੰਟੀਨਿਊ, ਲਗਾਤਾਰ ਨਿਰੰਤਰ ਹੀ, ਦਿਨ ਰਾਤ ਇੱਕ ਅੰਦਰ ਦਾ ਸੁਭਾਵ ਹੈ ਕਿ ਉਹ ਜਿਸ ਚੀਜ਼ ਨੂੰ ਹੱਥ ਪਾਏਗਾ ਉਸੇ ਤਰ੍ਹਾਂ ਰਹੇਗਾ। ਔਰ ਗੁਰੂ ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਵੀ ਸਿਰਹਾਣਾ ਜਿਹੜਾ ਅਸੀਂ ਲੈਂਦੇ ਹਾਂ, ਓਟ ਲੈਂਦੇ ਹਾਂ, ਤਕੀਆ ਜਿਹਨੂੰ ਕਹਿੰਦੇ, ਉਹਦੇ ਵਿੱਚ ਤਾਂ ਕੋਈ ਜਿੰਦ ਨਹੀਂ ਨਾ। ਜਿਹੜਾ ਆਪਣੇ ਬੈੱਡ ਦੇ ਉੱਤੇ ਸਿਰਹਾਣਾ ਰੱਖਿਆ, ਤਕੀਆ ਰੱਖਿਆ, ਉਹ ਤੇ ਕਿਤੇ ਨਰਮਾ ਬੀਜਿਆ ਕਿਸੇ ਜ਼ਿਮੀਂਦਾਰ ਨੇ, ਉਹਦੀ ਕਪਾਹ ਬਣੀ, ਕਿਸੇ ਕਾਰੀਗਰ ਨੇ ਕੱਪੜਾ ਲੈ ਕੇ ਉਹਦੇ ਉੱਤੇ ਕਵਰ ਚੜਾ ਦਿੱਤਾ, ਤੇ ਉਹ ਤੇ ਸਾਰਾ ਹੀ ਨਿਰਜਿੰਦ ਹੈ। ਤੇ ਜਿਹੜੀ ਪਿੱਛੇ ਕੰਧ ਹੈ ਜਿਹਦੇ ਨਾਲ ਓਟ ਲੈ ਕੇ ਮਨੁੱਖ ਬਹਿੰਦਾ, ਉਹਨੂੰ ਸੋਚਦਾ ਵੀ ਇਹ ਤਾਂ ਇੱਕ ਇੱਟਾਂ ਦਾ ਜੋੜ ਹੈ। ਸਤਿਗੁਰੂ ਕਹਿੰਦੇ ਜਿੱਦਣ ਤੇਰੇ ਅੰਦਰ ਉਹ ਦ੍ਰਿਸ਼ਟੀ ਬਣ ਗਈ ਕਿ ਕਰੁਣਾਲਿਆ ਹੈ, ਤੂੰ ਉਹਨੂੰ ਜਪਿਆ, ਉਹਨੂੰ ਪਿਆਰ ਕੀਤਾ, ਫਿਰ ਧਿਆਨ ਰੱਖੀ ਜਿਹਦੇ ਨਾਲ ਤੂੰ ਆਸਰਾ ਲੈ ਕੇ ਬਹਿਨਾ ਹੈ, ਤੇ ਜਿਹੜਾ ਤੇਰਾ ਤਕੀਆ ਹੈ ਉਹ ਵੀ ਉਹਦਾ ਹੀ ਰੂਪ ਹੈ। ਉਹ ਕੇਵਲ ਤੇਰੇ ਅੱਗੇ ਨਹੀਂ, ਉਹ ਤੈਨੂੰ ਪਿੱਛੋਂ ਸਹਾਰਾ ਵੀ ਦੇ ਰਿਹਾ ਹੈ। ਔਰ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਸਾਹਿਬ ਕਹਿੰਦੇ ਕਿ ਤੂੰ ਮੇਰੀ ਓਟ, ਓਟ ਦਾ ਅਰਥ ਹੈ ਜਿਹਦੇ ਨਾਲ ਬੰਦਾ ਆਸਰਾ ਲੈ ਕੇ ਬੈਠਦਾ ਹੈ। ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ। ਤਕੀਆ ਦਾ ਅਰਥ ਹੈ ਸਿਰਹਾਣਾ, ਜਿਹੜਾ ਸਿਰ ਥੱਲੇ ਰੱਖਿਆ ਜਾਂਦਾ। ਹੁਣ ਕਿੰਨੀ ਨੇੜੇ ਚਲਾ ਗਿਆ ਉਹ ਅਕਾਲ ਪੁਰਖ ਦੇ, ਵੀ ਜਦੋਂ ਉਹਨੇ ਰਾਤ ਨੂੰ ਆਰਾਮ ਕਰਨਾ, ਜਦੋਂ ਨੀਂਦ ਲੈਣੀ ਹੈ, ਤੇ ਉਹਦਾ ਰੱਬ ਉਹਦੇ ਸਿਰਹਾਣੇ ਦੇ ਵਿੱਚ ਬੈਠਾ ਹੋਇਆ ਹੈ। ਸਿਰਹਾਣਾ ਰੱਬ ਨਹੀਂ, ਉਸ ਬੰਦੇ ਦੀ ਭਾਵਨਾ ਉਹਨੂੰ ਪਰਮਾਤਮਾ ਬਣਾ ਦਿੰਦੀ ਹੈ, ਪ੍ਰਗਟ ਕਰ ਦੇਗੀ, ਉੱਚਾ ਕਰ ਦੇਗੀ।
ਇਹ ਆਪਣੇ ਮਨ ਦੀ ਇੱਕ ਦਸ਼ਾ ਹੈ। ਜੇ ਮਨ ਦੇ ਰਸਤੇ ਠੀਕ ਹੋ ਗਏ, ਬਾਹਰ ਸਾਰਾ ਕੁਝ ਠੀਕ ਹੈ। ਸਾਰੀ ਦੁਨੀਆ ਗੁਰਦੁਆਰਾ ਹੈ, ਸਾਰੀ ਦੁਨੀਆ ਮੰਦਰ ਹੈ, ਸਾਰੀ ਦੁਨੀਆ ਮਸਜਿਦ ਬਣ ਜਾਏਗੀ। ਤੇ ਜੇ ਅੰਦਰ ਦੀ ਭਾਵਨਾ ਠੀਕ ਨਹੀਂ ਬਣੀ, ਹੋ ਸਕਦਾ ਹੈ ਅਸੀਂ ਗੁਰਦੁਆਰਿਆਂ ਨੂੰ ਸੰਸਾਰ ਬਣਾ ਦਈਏ, ਮੰਦਰ ਸੰਸਾਰ ਬਣ ਜਾਣ। ਬਣੇ ਨੇ ਸਾਰੇ, ਕਿਉਂਕਿ ਆਦਮੀ ਨੇ ਆਪਣੇ ਆਪ ਨੂੰ ਬਦਲਿਆ ਨਹੀਂ ਹੈ, ਤਬਦੀਲ ਨਹੀਂ ਕੀਤਾ। ਦਿਮਾਗ ਸੰਸਾਰ ਵਾਲਾ ਰਿਹਾ ਹੈ ਤੇ ਰਹਿੰਦਾ ਧਾਰਮਿਕ ਥਾਂ ਤੇ। ਕਬੀਰ ਸਾਹਿਬ ਨੇ ਸੁਚੇਤ ਕਰ ਦਿੱਤਾ, ਕਹਿਣ ਲੱਗੇ, ਕਬੀਰ ਗੰਗਾ ਤੀਰ ਜੋ ਘਰ ਕਰੈ। ਗੰਗਾ ਦੇ ਕਿਨਾਰੇ ਤੇ ਘਰ ਹੋਵੇ, ਪੀਵੇਂ ਨਿਰਮਲ ਨੀਰ, ਖਾਣਾ ਪੀਣਾ ਪਵਿੱਤਰ ਹੋ ਜਾਏ ਸਾਰਾ, ਬਾਜ਼ਾਰ ਦਾ ਨਹੀਂ ਖਾਂਦੇ। ਬਿਨ ਹਰ ਭਗਤ ਨਾ ਮੁਕਤ ਹੋਏ। ਜਿੰਨਾ ਚਿਰ ਤੂੰ ਭਗਤੀ ਨਾ ਕੀਤੀ ਤੇ ਆਪਣੇ ਆਪ ਨੂੰ ਬਦਲਿਆ ਨਾ, ਉਹਨਾਂ ਚਿਰ ਤੇਰੇ ਬੰਧਨ ਨਹੀਂ ਟੁੱਟਣਗੇ, ਦੁੱਖ ਨਹੀਂ ਖਤਮ ਹੋਣਗੇ। ਅੰਦਰੋਂ ਬਦਲਣਾ ਪਏਗਾ। ਇਹ ਤੇ ਸਿਰਫ ਸਹਾਰੇ ਨੇ, ਚੰਗੀ ਗੱਲ ਹੈ, ਸਹਾਰਾ ਲੈਣਾ ਚਾਹੀਦਾ, ਮਾਹੌਲ ਵਿੱਚ ਰਹਿਣਾ ਚੰਗੀ ਗੱਲ। ਪਰ ਜਿੰਨਾ ਚਿਰ ਖੁਦ ਨੂੰ ਅਸੀਂ ਬਦਲਦੇ ਨਹੀਂ, ਉਹਨਾਂ ਚਿਰ ਕੁਝ ਵੀ ਬਦਲਦਾ ਨਹੀਂ। ਇਸ ਕਰਕੇ ਕਹਿੰਦੇ, ਕਰੁਣਾਲਿਆ ਹੈ, ਕਰੁਣਾ ਦਾ ਤੂੰ ਸਮੁੰਦਰ ਹੈ, ਦਇਆ ਦਾ ਸਮੁੰਦਰ ਹੈ। ਕਰੁਣਾ ਦਾ ਅਰਥ ਹੈ ਹਰ ਇੱਕ ਚੀਜ਼ ਦੇ ਨਾਲ ਸਨੇਹ। ਤੇ ਮੈਂ ਇਹ ਬੇਨਤੀ ਕੀਤੀ ਸੀ, ਜਿਨ੍ਹਾਂ ਦੇ ਅੰਦਰ ਪਿਆਰ ਤੇ ਕਰੁਣਾ ਵੱਧ ਗਈ, ਉਹ ਫਿਰ ਵਾਰ-ਵਾਰ ਨਮਸਕਾਰ, ਵਾਰ-ਵਾਰ ਝੁਕਦੇ ਨੇ। ਸੰਸਾਰ ਉਹਨਾਂ ਦੀ ਰੀਝ ਕਰਕੇ ਫਿਰ ਉਹ ਪੂਜਾ ਸ਼ੁਰੂ ਕਰ ਦਿੰਦਾ ਹੈ। ਉਹਨਾਂ ਦੀ ਰੀਝ ਕਰਕੇ, ਉਹਨਾਂ ਵੱਲੋਂ ਵੇਖ ਕੇ ਰੁੱਖਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦਾ ਹੈ। ਉਹਨਾਂ ਵੱਲੋਂ ਵੇਖ ਕੇ ਸਮੁੰਦਰਾਂ ਦੀ ਪੂਜਾ, ਚੰਦਰਮਾ ਦੀ ਪੂਜਾ, ਸੂਰਜ ਦੀ ਪੂਜਾ, ਤੇ ਹਰ ਇੱਕ ਵਿੱਚੋਂ ਉਹਦਾ ਦੀਦਾਰ ਕਰਕੇ ਫਿਰ ਝੁਕੇ ਸਨ। ਪਰ ਬਾਅਦ ਵਾਲਿਆਂ ਨੇ ਗਲਤੀ ਕਰ ਲਈ, ਅੰਦਰੋਂ ਤੇ ਜੁੜੇ ਨਹੀਂ, ਅੰਦਰੋਂ ਤਾਂ ਵੇਖਿਆ ਨਹੀਂ, ਸਿਮਰਨ ਤਾਂ ਕੀਤਾ ਨਹੀਂ, ਜੀਵਨ ਤੇ ਬਦਲਿਆ ਨਹੀਂ, ਕੇਵਲ ਐਕਸਰਸਾਈਜ਼ ਕਰਨ ਲੱਗ ਪਏ ਪੂਜਾ ਦੀ, ਝੁਕਣ ਲੱਗ ਪਏ ਬਾਹਰੋਂ। ਇਸ ਕਰਕੇ ਫਿਰ ਪਖੰਡ ਦੀ ਆਰੰਭਤਾ ਇੱਥੋਂ ਸ਼ੁਰੂ ਹੋ ਜਾਂਦੀ ਹੈ। ਤਾਂ ਇੱਕ ਬਾਣੀ ਵਿੱਚ ਬਚਨ ਕਿਹਾ ਹੈ, ਹਜੂਰ ਕਹਿੰਦੇ, ਜੋ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਗੁਰੂ ਦੀ ਰੀਸ ਨਹੀਂ ਕਰਨੀ ਚਾਹੀਦੀ। ਇਹ ਗੱਲ ਕਿਉਂ ਕਹੀ ਬਾਣੀ ਵਿੱਚ? ਬੜੇ ਥਾਵਾਂ ਤੇ ਆਉਂਦਾ, ਜਦ ਕਿ ਕੁਝ ਹਿੱਸਿਆਂ ਵਿੱਚ ਗੁਰੂ ਦੀ ਰੀਸ ਕਰਨੀ ਪੈਂਦੀ ਹੈ, ਵੀ ਜਿਵੇਂ ਦਾ ਗੁਰੂ ਦਾ ਸਰੂਪ ਹੈ ਉਵੇਂ ਦਾ ਸਰੂਪ ਬਣਾਉਣਾ ਪੈਂਦਾ ਹੈ। ਪਰ ਇਹ ਗੱਲ ਕਿਉਂ ਆਈ ਵਿੱਚ ਕਿ ਤਿੰਨ ਕੀ ਰੀਸ ਕਰੈ ਸੋ ਵਿਗੁਚੈ। ਵਿਗੁਚੈ ਦਾ ਅਰਥ ਹੈ ਖੁਆਰ ਹੋਣਾ। ਕਿਸੇ ਦੀ ਰੀਸ ਕਰਨੀ, ਰੱਬ ਦੇ ਪਿਆਰਿਆਂ ਦੀ ਰੀਸ ਕਰਕੇ ਤੁਰਨਾ। ਵਿਗੁਚੈ ਦਾ ਅਰਥ ਉਹ ਖੁਆਰੀ ਦਾ ਇੱਕ ਸਾਧਨ ਹੈ, ਕਿਉਂਕਿ ਉਹਨਾਂ ਦੇ ਜਿਹੜੇ ਕਰਮ ਨੇ ਉਹ ਅੰਦਰੋਂ ਹੋ ਰਹੇ ਨੇ, ਅਸੀਂ ਬਾਹਰੋਂ ਕਰ ਰਹੇ ਹਾਂ। ਸਿੱਖ ਲਿਆ ਹੈ ਅਸੀਂ ਕਿ ਲੋਕ ਜਦੋਂ ਗੁਰਦੁਆਰੇ ਆਉਂਦੇ ਨੇ, ਪਹਿਲਾਂ ਗੇਟ ਦੇ ਅੱਗੇ ਜ਼ਮੀਨ ਨੂੰ ਹੱਥ ਲਾਉਂਦੇ, ਫਿਰ ਅੱਗੇ ਜਾ ਕੇ ਲਾਉਂਦੇ ਨੇ, ਫਿਰ ਕਿਸੇ ਨੇ ਵੇਖ ਲਿਆ ਕੋਈ ਅੱਗੇ ਹੱਥ ਲਾ ਕੇ ਫਿਰ ਕੰਨਾਂ ਨੂੰ ਲਾਉਂਦਾ ਹੈ, ਫਿਰ ਮੂੰਹ ਨੂੰ ਲਾਉਂਦਾ ਹੈ। ਇਹ ਸਿੱਖ ਲਿਆ ਸਾਰਾ ਕੁਝ ਬਾਹਰੋਂ। ਫਿਰ ਇੱਧਰੋਂ ਦੀ ਆ ਕੇ ਇੱਧਰ ਲਾਉਂਦਾ ਹੈ, ਤੇ ਇੱਥੋਂ ਤੱਕ ਚਲੇ ਗਏ ਵੀ ਗੁਟਕੇ ਨੂੰ ਮੂੰਹ ਦੇ ਨਾਲ ਚੁੰਮਣਾ। ਮੈਂ ਇਹ ਵੀ ਵੇਖਿਆ। ਇਹ ਗੱਲਾਂ ਸਾਰੀਆਂ ਕਿਵੇਂ ਸ਼ੁਰੂ ਹੋਈਆਂ? ਵੀ ਇਹ ਜਿਹੜੇ ਕਿਰਤ ਹੈ ਸੰਸਾਰ ਦੀ, ਇਹਦੇ ਵਾਂਗ ਧਰਮ ਨੂੰ ਕਮਾਉਣਾ। ਤਾਂ ਇੱਥੇ ਗਲਤੀ ਹੋ ਗਈ। ਸਤਿਗੁਰੂ ਨੇ ਕਿਹਾ ਵੀ ਜੀਵਨ ਦੇ ਅੰਦਰ ਜਿਨ੍ਹਾਂ ਨੇ ਅੰਦਰੋਂ ਵੇਖਿਆ, ਤੂੰ ਉਹਨਾਂ ਦੀ ਰੀਸ ਨਾ ਕਰੀ। ਪਹਿਲਾਂ ਅੰਦਰੋਂ ਵੇਖਣ ਦਾ, ਉਹਨਾਂ ਵਾਂਗੂ ਅੰਦਰਲਾ ਬਣਾ, ਬਾਹਰਲਾ ਨਹੀਂ। ਅੰਦਰਲਾ ਬਣਾ, ਡੰਡੌਤ ਬੰਦਨ ਕਰਨੀ, ਅੱਗੇ ਝੁਕ ਜਾਣਾ, ਤਾਂ ਉਹਨਾਂ ਦੀ ਰੀਸ ਕਰਨੀ। ਗੁਰੂ ਸਾਹਿਬ ਨੇ ਇੱਕ ਸੁਚੇਤ ਕਰ ਦਿੱਤਾ, ਕਹਿਣ ਲੱਗੇ, ਗੱਲੀਂ ਅਸੀਂ ਚੰਗੀਆਂ, ਗੱਲੀਂ ਦਾ ਮਤਲਬ ਬਾਹਰੋਂ ਬਾਹਰੋਂ, ਆਚਾਰੀ ਬੁਰੀਆਂ। ਆਚਾਰ ਅੰਦਰ ਹੈ, ਯਾਨੀ ਕਿ ਅੰਦਰ ਦਾ ਜੀਵਨ ਠੀਕ ਨਹੀਂ। ਮਨੋ ਕਸੁੱਧਾਂ ਕਾਲੀਆਂ, ਮਨ ਕਰਕੇ ਅੰਦਰੋਂ ਕਾਲਾਪਣ ਹੈ। ਬਾਹਰ ਚਿੱਟਵੀਆਂ, ਤੇ ਬਾਹਰਲਾ ਪਾਸਾ ਚਿੱਟਾ ਦਾ ਭਾਵ ਵਿਖਾਵਾ ਬਹੁਤ ਵਧੀਆ। ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਉਹਨਾਂ ਦੀ ਰੀਸ ਕਰਨੀ ਜਿਹੜੀਆਂ ਨਿਰੰਤਰ ਪਿਆਰ ਵਿੱਚ ਖੜੀਆਂ ਰਹਿੰਦੀਆਂ ਨੇ, ਉਹਨਾਂ ਦੀ ਰੀਸ ਨਹੀਂ, ਬਾਹਰੋਂ ਨਹੀਂ ਕਰਨੀ ਚਾਹੀਦੀ। ਅੰਦਰੋਂ ਉਹਨਾਂ ਦੇ ਗੁਣ ਧਾਰਨ ਕਰੀਏ,
ਇਸ ਕਰਕੇ ਇੱਕ ਦਸ਼ਾ ਹੈ ਕਰੁਣਾ ਵਿੱਚ ਰਹਿਣਾ। ਮੈਂ ਵਿਸ਼ਾ ਲੈ ਰਿਹਾ ਸੀ ਔਰ ਅਖਰੀ ਅਰਥ ਕਰਨ ਦਾ ਯਤਨ ਕਰੀਏ। ਹਜ਼ੂਰ ਕਲਗੀਧਰ ਪਾਤਸ਼ਾਹ ਛੰਦ ਦਾ ਨਾਮ ਬਹੁਤ ਸੁੰਦਰ ਦਿੰਦੇ ਨੇ। ਕਹਿਣ ਲੱਗੇ ਹਰ ਬੋਲ ਮਨਾ ਛੰਦ। ਇੱਥੋਂ 171ਵਾਂ ਛੰਦ ਸ਼ੁਰੂ ਹੁੰਦਾ ਹੈ। ਹਰ ਬੋਲ ਮਨਾ, ਆਪਣੇ ਮਨ ਨੂੰ ਇੱਕ ਆਵਾਜ਼ ਦਿੱਤੀ ਹੈ ਕਿ ਮਨਾ ਤੂੰ ਹੋਰ ਬੜਾ ਕੁਝ ਬੋਲੀ ਜਾਂਦਾ ਹੈ, ਹੋਰ ਬੜਾ ਕੁਝ ਬੋਲੀ ਜਾਂਦਾ ਹੈ, ਤੇ ਬਾਣੀ ਪੜ੍ਹਦਿਆਂ ਵੀ ਬੋਲੀ ਜਾਂਦਾ ਹੈ, ਸਿਮਰਨ ਕਰਦਿਆਂ, ਕੀਰਤਨ ਕਰਦਿਆਂ, ਸੁਣਦਿਆਂ ਵੀ ਤੂੰ ਕਈ ਕੁਝ ਅੰਦਰੋਂ ਬੋਲੀ ਜਾਂਦਾ। ਹੋਰ ਕੁਝ ਬੋਲਣਾ ਬੰਦ ਕਰ ਦੇ। ਕੀ ਬੋਲਿਆ ਕਰ? ਇਹ ਬੋਲਣਾ ਬੜਾ ਜ਼ਰੂਰੀ ਹੈ। ਜਿੰਨਾ ਚਿਰ ਅਸੀਂ ਪਹਿਲਾਂ ਪਹਿਲ ਬੋਲਦੇ ਨਹੀਂ ਤੇ ਨਾਲ ਸਾਡਾ ਮਨ ਨਹੀਂ ਬੋਲਦਾ। ਮਨ ਦਾ ਬੋਲਣਾ ਅਤ ਜ਼ਰੂਰੀ ਹੈ। ਹਉ ਕਿਆ ਕਹਿਤਾ, ਮਨ ਕਿਆ ਕਹਿਤਾ, ਇਹ ਦੋ ਚੀਜ਼ਾਂ ਵੱਖਰੀਆਂ ਹੋ ਗਈਆਂ। ਹਉ ਕਿਆ ਕਹਿਤਾ, ਮੈਂ ਕੀ ਕਹਿ ਰਿਹਾ ਤੇ ਮਨ ਕੀ ਕਹਿ ਰਿਹਾ। ਮਨ ਕੁਝ ਹੋਰ ਕਹਿ ਰਿਹਾ, ਤੇ ਜਿੰਨਾ ਚਿਰ ਮਨ ਸ਼ਾਮਲ ਨਹੀਂ ਹੋਇਆ ਉਹਨਾਂ ਚਿਰ ਗੱਲ ਸ਼ੁਰੂ ਨਹੀਂ ਹੁੰਦੀ। ਇਸ ਕਰਕੇ ਕਹਿੰਦੇ ਮਨ ਨੂੰ ਆਵਾਜ਼ ਦਿੰਦੇ ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਹਰ ਬੋਲ ਮਨਾ। ਹੇ ਮੇਰੇ ਮਨ, ਤੂੰ ਸਾਰਾ ਦਿਨ ਹੋਰ ਬਹੁਤ ਕੁਝ ਅੰਦਰੋਂ ਬੋਲੀ ਜਾਂਦਾ ਹੈ, ਤੇ ਜਿੰਨਾ ਚਿਰ ਆਦਮੀ ਜਾਗਦਾ ਉਹਨਾਂ ਚਿਰ ਮਨ ਬੋਲੀ ਹੀ ਜਾਂਦਾ, ਲਗਾਤਾਰ ਬੋਲੀ ਜਾਂਦਾ। ਕਦੀ ਅੰਦਰ ਵੇਖਣਾ ਝਾਤੀ ਪਾ ਕੇ, ਨਿਰੰਤਰ ਬੋਲ ਰਿਹਾ ਹੈ। ਨਿਰੰਤਰ ਵਿਚਾਰ ਚੱਲੀ ਜਾ ਰਹੇ ਨੇ। ਨਿਰੰਤਰ ਉਹ ਜਿਹੜੇ ਵਿਚਾਰ ਨੇ ਉਹ ਸਾਡੇ ਅੰਦਰ ਦੀ ਸ਼ਕਤੀ ਨੂੰ ਬਾਹਰ ਸੱਟੀ ਜਾ ਰਹੇ ਨੇ, ਗਵਾਈ ਜਾ ਰਹੇ ਨੇ, ਅਜਾਈ ਜਾ ਰਹੀ ਹੈ ਜੀਵਨ ਦੀ ਸ਼ਕਤੀ। ਔਰ ਇਸ ਤਰ੍ਹਾਂ ਇਹ ਰੁਕਦੇ ਨਹੀਂ, ਮਨ ਟਿਕਦਾ ਨਹੀਂ, ਮਨ ਰੁਕਦਾ ਨਹੀਂ। ਹਜ਼ੂਰ ਨੇ ਇੱਕੋ ਸਾਧਨ ਕਿਹਾ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਇਸ ਤਰ੍ਹਾਂ ਮਨ ਨੂੰ ਸ਼ਬਦ ਵਿੱਚ ਲਾ ਕੇ, ਨਾਮ ਅੰਦਰ ਲਾ ਕੇ, ਜਦੋਂ ਅਸੀਂ, ਕਿਉਂਕਿ ਬੋਲਣਾ ਤਾਂ ਇਹਨੇ ਜ਼ਰੂਰ ਹੈ, ਬੋਲਣ ਤੋਂ ਰਹਿ ਨਹੀਂ ਸਕਦਾ। ਇਸ ਕਰਕੇ ਫਰਕ ਬੜਾ ਪੈ ਗਿਆ। ਹਜ਼ੂਰ ਕਹਿੰਦੇ ਬੋਲਣਾ ਇਹਨੇ ਹੈ, ਜਿੰਨਾ ਚਿਰ ਮਨ ਹੈ ਉਹਨਾਂ ਚਿਰ ਬੋਲੇਗਾ। ਖਿਆਲ ਰੱਖਣਾ, ਕੋਈ ਨਹੀਂ ਇਹਨੂੰ ਰੋਕ ਸਕਿਆ ਅੱਜ ਤੱਕ। ਜਿੰਨਾ ਚਿਰ ਮਨ ਹੈ ਉਹਨਾਂ ਚਿਰ ਇਹ ਬੋਲਦਾ ਹੀ ਰਹੇਗਾ, ਜਿੰਨਾ ਚਿਰ ਲੀਨ ਨਹੀਂ ਹੋ ਜਾਂਦਾ ਸ਼ਬਦ ਵਿੱਚ। ਤਾਂ ਫਿਰ ਸਤਿਗੁਰੂ ਨੇ ਇਹਦੇ ਬੋਲਣ ਦੀ ਆਦਤ ਨੂੰ ਠੀਕ ਕਰਨ ਵਾਸਤੇ ਕਿ ਇਹ ਠੀਕ ਬੋਲੇ, ਸ਼ੁੱਧ ਬੋਲੇ, ਮਨ ਅੰਤਰ ਸਭ ਕੋਈ ਬੋਲੇ। ਇਹਨੂੰ ਸਿਰਫ ਗੁਰੂ ਜਾਣ ਸਕਦਾ ਕਿ ਇਹ ਸਿੱਖ ਆਪਣੇ ਮਨ ਵਿੱਚ ਕੀ ਬੋਲ ਰਿਹਾ, ਅੰਦਰੋਂ ਕੀ ਬੋਲ ਰਿਹਾ। ਔਰ ਇਹ ਬੜੀ ਵਾਰੀ ਵਾਪਰਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਵਿੱਚ। ਬੜੀ ਵਾਰੀ ਵਾਪਰਿਆ ਵੀ ਮਨ ਕਰਕੇ ਕੀ ਬੋਲ ਰਿਹਾ। ਇੱਕ ਵਾਰ ਦੀ ਘਟਨਾ ਮੈਂ ਸਾਂਝੀ ਕਰਾਂ ਕਿ ਕੁਝ ਸਿੱਖ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ, ਤੇ ਉੱਥੇ 1 ਮਹੀਨਾ ਰਹਿਣ ਤੋਂ ਬਾਅਦ ਵਾਪਸੀ ਵਾਸਤੇ ਜਦੋਂ ਛੁੱਟੀ ਮੰਗੀ, ਹਜ਼ੂਰ ਨੇ ਕਿਹਾ ਅਜੇ ਨਹੀਂ ਜਾਣਾ, ਅਜੇ ਹੋਰ ਇੱਥੇ ਰਹੋ। ਪਰ ਪਿੱਛੇ ਖਿੱਚ ਸੀ, ਪਿੱਛੇ ਧਿਆਨ ਸੀ, ਤਾਂ ਉਹਨਾਂ ਦੀ ਗਿਣਤੀ ਸੀ 5-6 ਦੀ। ਸੋਚਿਆ ਵੀ ਕਿਹੜਾ ਤਰੀਕਾ ਲੱਭੀਏ। ਸਤਿਗੁਰਾਂ ਨੇ ਇਜਾਜ਼ਤ ਨਹੀਂ ਦਿੱਤੀ, ਨਿਕਲਿਆ ਜਾਂਦਾ ਨਹੀਂ, ਪਹਿਰੇ ਲੱਗੇ ਹੋਏ ਨੇ। ਕਿਵੇਂ ਇੱਥੋਂ ਨਿਕਲੀਏ? ਮਨ ਵਿੱਚ ਮਨੁੱਖ ਕਈ ਕੁਝ ਬੁਣਦਾ, ਮਨ ਦੇ ਵਿੱਚ ਕਈ ਕੁਝ ਘਾੜਤਾ ਘਟਦਾ ਰਹਿੰਦਾ। ਜਿਹਨੇ ਇਸ ਚੀਜ਼ ਨੂੰ ਵੇਖ ਲਿਆ ਉਹਨੂੰ ਥੋੜ੍ਹਾ ਥੋੜ੍ਹਾ ਰਾਹ ਮਿਲਣਾ ਸ਼ੁਰੂ ਹੋ ਜਾਏਗਾ। ਅਸੀਂ ਕਹਿੰਦੇ ਹਾਂ ਧਰਮ ਦਾ ਮਾਰਗ ਇਹ ਹੈ। ਕਿਹੜਾ ਮਾਰਗ? ਧਰਮ ਦਾ ਮਾਰਗ ਪਹਿਲਾਂ ਆਪਣੇ ਮਨ ਨੂੰ ਵੇਖਣਾ ਵੀ ਉਹ ਕੀ ਕਰ ਰਿਹਾ ਅੰਦਰ। ਸਰੀਰ ਤੇ ਬਾਹਰੋਂ ਸੱਭਿਅਤ ਵਿੱਚ ਆ ਗਿਆ ਨਾ, ਵੀ ਆਪਾਂ ਇੱਕ ਦੂਜਾ ਵੇਖ ਲੈਂਦਾ ਵੀ ਤੂੰ ਉੱਠਿਆ ਨਹੀਂ, ਤੂੰ ਸੁੱਤਾ ਨਹੀਂ, ਤੂੰ ਬਾਣੀ ਪੜ੍ਹ ਰਿਹਾ ਕਿ ਨਹੀਂ, ਤੂੰ ਦਸਤਾਰ ਕਿਵੇਂ ਦੀ ਬੰਨੀ ਹੈ, ਤੇ ਬਾਹਰੋਂ ਹੋ ਗਈ ਗੱਲ। ਪਰ ਅਗਲਾ ਜਿਹੜਾ ਪੜਾਅ ਹੈ ਉਹ ਮਨ ਨੂੰ ਵੇਖਣਾ ਵੀ ਮਨ ਉੱਥੇ ਹੈ ਕਿ ਨਹੀਂ। ਜਦੋਂ ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ, ਕਹਿਣ ਲੱਗੇ ਇੱਕ ਤਰੀਕਾ ਹੈ। ਇੱਕ ਸਿੱਖ ਨੂੰ ਉਹਨਾਂ ਨੇ ਸਿਖਾਇਆ ਵੀ ਤੂੰ ਸੀढ़ੀ ਤੇ ਲੰਮਾ ਪੈ ਜਾ, ਅਸੀਂ ਕਵਾਂਗੇ ਇਹਦੀ ਮੌਤ ਹੋ ਗਈ, ਗੁਰੂ ਸਾਹਿਬ ਤੋਂ ਇਜਾਜ਼ਤ ਮੰਗਾਂਗੇ ਕਿ ਇਹਦਾ ਸੰਸਕਾਰ ਕਰਨਾ ਹੈ, ਇਜਾਜ਼ਤ ਦਿਓ ਮਹਾਰਾਜ, ਇਹਨੂੰ ਚੁੱਕ ਕੇ ਲੈ ਜੀ। ਸਿੱਖ ਚੜ੍ਹਾਈ ਕਰ ਗਿਆ, ਸਰੀਰ ਤਿਆਗ ਗਿਆ।
ਇਹ ਵੱਲ ਛਲ ਸ਼ੁਰੂ ਤੋਂ ਹੁੰਦੇ ਰਹੇ ਨੇ, ਅੱਜ ਨਹੀਂ। ਜਦੋਂ ਗੁਰੂ ਸਾਹਮਣੇ ਬੈਠੇ ਹੁੰਦੇ ਸਨ ਕਲਗੀ ਲਾ ਕੇ, ਉਦੋਂ ਵੀ ਹੁੰਦੇ ਰਹੇ। ਇਹ ਸਿੱਖ ਸਰੀਰ ਕਰਕੇ ਚੜ੍ਹਾਈ ਕਰ ਗਿਆ, ਹਜ਼ੂਰ ਦੇ ਕੋਲ ਇਕੱਠੇ ਹੋ ਕੇ ਚਲੇ ਗਏ। ਬੇਨਤੀ ਕੀਤੀ, ਮਹਾਰਾਜ ਸਿੱਖ ਚੜ੍ਹਾਈ ਕਰ ਗਿਆ, ਉਹਦਾ ਸੰਸਕਾਰ ਕਰਨਾ ਤੇ ਤੁਸੀਂ ਸਾਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿਓ। ਹੁਣ ਇਹ ਤਾਂ ਗੁਰੂ ਨੂੰ ਪਤਾ ਵੀ ਇਹ ਸਿੱਖ ਜੋ ਕੁਝ ਬੋਲ ਰਿਹਾ ਇਹਦੇ ਅੰਦਰ ਕੀ ਹੈ। ਅੰਦਰ ਬਹੁਤ ਦੁੱਖ ਹੈ, ਇਹ ਚੀਜ਼ ਕਿਸੇ ਤੋਂ ਜਿੱਤੀ ਨਹੀਂ ਜਾਂਦੀ। ਹਜ਼ੂਰ ਨੇ ਵੇਖਿਆ ਵੀ ਇਹ ਸਿੱਖ ਮੈਨੂੰ ਧੋਖਾ ਦੇਣਾ ਚਾਹੁੰਦੇ ਨੇ, ਮੇਰੇ ਨਾਲ ਹੇਰਾ ਫੇਰੀ ਕਰਨੀ ਚਾਹੁੰਦੇ ਨੇ। ਜਿਹੜਾ ਸਿੱਖ ਇਹਨਾਂ ਨੇ ਮੰਜੇ ਤੇ ਲੰਮਾ ਪਾਇਆ, ਉੱਤੇ ਚਾਦਰ ਪਾ ਦਿੱਤੀ, ਉਹਦੀ ਮੌਤ ਨਹੀਂ ਹੋਈ। ਅਸਲ ਵਿੱਚ ਉਹ ਵੈਸੇ ਹੀ ਥੋੜ੍ਹਾ ਜਿਹਾ ਸਰੀਰ ਨੂੰ ਨਿਸਲ ਕਰਕੇ ਪਿਆ। ਹਜ਼ੂਰ ਨੇ ਕਿਹਾ ਵੀ ਬੜੀ ਮਾੜੀ ਗੱਲ ਹੋਈ, ਸਿੱਖ ਚੜ੍ਹਾਈ ਕਰ ਗਿਆ, ਚਲੋ ਮੈਂ ਜਾ ਕੇ ਦੇਖਾਂ ਤੇ ਸਹੀ ਮੇਰਾ ਸਿੱਖ ਹੈ, ਉਹਦੇ ਵਾਸਤੇ ਕੋਈ ਮੈਂ ਦੁਆ ਅਰਦਾਸ ਕਰਾਂ ਰੱਬ ਦੇ ਚਰਨਾਂ ਵਿੱਚ, ਵੀ ਉਹਨੂੰ ਪਰਲੋਕ ਵਿੱਚ ਕਿਤੇ ਥਾਂ ਮਿਲ ਜਾਏ। ਕਹਿਣ ਲੱਗੇ, ਨਹੀਂ ਮਹਾਰਾਜ ਅਰਦਾਸ ਅਸੀਂ ਆਪੇ ਕਰ ਲਾਂਗੇ, ਤੁਸੀਂ ਇਹਨੇ ਖੇਚਲ ਕਿਉਂ ਕਰਦੇ ਹੋ, ਤੁਸੀਂ ਸਾਨੂੰ ਜਾਣ ਦੀ ਇਜਾਜ਼ਤ ਦਿਓ। ਪਰ ਸਤਿਗੁਰੂ ਚਲੇ ਗਏ ਅੰਤਰਜਾਮੀ। ਸਿਰਫ ਗੁਰੂ ਨੂੰ ਅੰਤਰਜਾਮੀ ਜਾਣ ਲੈਣਾ, ਇੱਥੋਂ ਇੱਕ ਬਹੁਤ ਵੱਡੀ ਭਗਤੀ ਸ਼ੁਰੂ ਹੁੰਦੀ। ਜੇ ਇਹ ਲਗਾਤਾਰ ਵੇਖੀਏ ਵੀ ਮੈਂ ਜੋ ਕੁਝ ਕਰ ਰਿਹਾ, ਮੇਰਾ ਗੁਰੂ ਮੈਨੂੰ ਲਗਾਤਾਰ ਦੇਖੀ ਜਾ ਰਿਹਾ, ਇੱਥੋਂ ਬੜੀ ਵੱਡੀ ਗੱਲ ਸ਼ੁਰੂ ਹੋ ਗਈ। ਤੇ ਜਿੰਨਾ ਚਿਰ ਅਸੀਂ ਇਹ ਨਹੀਂ ਨਾ ਮੰਨਿਆ ਵੀ ਮੈਂ ਤਾਂ ਆਇਆ, ਗੁਰੂ ਨੂੰ ਕਿਹੜਾ ਪਤਾ, ਜੋ ਮਰਜ਼ੀ ਕਰਕੇ ਆਇਆ, ਜੋ ਮਰਜ਼ੀ ਸੋਚ ਰਿਹਾ, ਫਿਰ ਸਾਧ ਸੰਗਤ ਕੋਈ ਗੱਲ, ਫਿਰ ਜਪ ਤਪ ਕੰਮ ਆਉਣ ਵਾਲਾ ਨਹੀਂ ਹੈ। ਅੰਦਰੋਂ ਅਸੀਂ ਆਪਣੇ ਆਪ ਨੂੰ ਵੱਖਰਾ ਰੱਖਣਾ ਵੀ ਗੁਰੂ ਕਿਹੜਾ ਵੇਖ ਰਿਹਾ ਹੈ। ਜਿੰਨਾ ਚਿਰ ਗੁਰੂ ਦੇ ਸਾਹਮਣੇ ਰਹੇ, ਜਿੰਨਾ ਚਿਰ ਪ੍ਰਬੰਧ ਦੇ ਸਾਹਮਣੇ ਰਹੇ, ਉਹਨਾਂ ਚਿਰ ਤੇ ਬਗਲੇ ਭਗਤ ਬਣ ਗਏ। ਜਿੰਨਾ ਚਿਰ ਕਿਸੇ ਨੂੰ ਦਿਖਾਉਣਾ ਹੈ, ਉਹਨਾਂ ਚਿਰ ਤੇ ਸਮਾਧੀ ਵਿਖਾ ਦਿੱਤੀ, ਤੇ ਜਦੋਂ ਥੋੜ੍ਹਾ ਜਿਹਾ ਸਮਾਂ ਮਿਲਿਆ ਸਭ ਕੁਝ ਛੱਡ ਕੇ ਪਾਸੇ ਸਿੱਟ ਦਿੱਤਾ। ਜਿਸ ਵਕਤ ਹਜ਼ੂਰ ਗਏ, ਉਹਨਾਂ ਨੇ ਸਿੱਖ ਦੀ ਬਾਂਹ ਫੜ ਕੇ ਵੇਖੀ ਤੇ ਹਜ਼ੂਰ ਨੇ ਜਾਣ ਲਿਆ ਵੀ ਸਿੱਖ ਤਾਂ ਜਿਉਂਦਾ ਹੈ, ਇਹ ਤੇ ਪਖੰਡ ਕਰ ਰਹੇ ਨੇ, ਨਿਕਲਣਾ ਚਾਹੁੰਦੇ। ਤੇ ਇਹ ਧੋਖਾ ਦੇ ਕੇ ਚਲੇ ਗਏ, ਤੇ ਧੋਖਾ ਮੇਰੇ ਨਾਲ ਨਹੀਂ, ਧੋਖਾ ਇਹਨਾਂ ਨਾਲ ਹੋਣਾ ਹੈ। ਹਜ਼ੂਰ ਨੇ ਉਸੇ ਵੇਲੇ ਕਿਹਾ, ਕਹਿਣ ਲੱਗੇ ਇਹ ਸਿੱਖ ਮੇਰਾ ਬਹੁਤ ਪਿਆਰਾ ਸੀ, ਬੜੀ ਸੇਵਾ ਕੀਤੀ ਇਹਨੇ, ਮੈਨੂੰ ਇਹਦੇ ਨਾਲ ਇੰਨਾ ਮੋਹ ਹੈ ਵੀ ਇੰਨਾ ਪਿਆਰ ਹੈ ਕਿ ਮੈਂ ਨਹੀਂ ਚਾਹੁੰਦਾ ਵੀ ਇਹਦੇ ਸਰੀਰ ਦਾ ਸੰਸਕਾਰ ਮੇਰੀਆਂ ਅੱਖਾਂ ਤੋਂ ਪਾਸੇ ਹੋਵੇ। ਕਿਲ੍ਹਾ ਬਹੁਤ ਵੱਡਾ ਹੈ, ਆਪਾਂ ਇੱਥੇ ਸੰਸਕਾਰ ਦਾ ਪ੍ਰਬੰਧ ਕਰ ਦਿੰਦੇ ਹਾਂ। ਹੁਣ ਉਹ ਜਿਹੜਾ ਲੰਮਾ ਪਿਆ ਸੀ ਉਹ ਵੀ ਸੁਣੀ ਜਾਂਦਾ ਨਾਲੋਂ ਨਾਲ, ਕਿਉਂਕਿ ਉਹ ਸੁਣ ਰਿਹਾ, ਜਿਉਂਦਾ ਹੈ। ਉਹਨੇ ਕਿਹਾ ਵੀ ਹੁਣ ਕੋਈ ਤਰੀਕਾ ਨਹੀਂ ਬਚਣ ਦਾ, ਜਾਂ ਤੇ ਹੁਣ ਉੱਠਣਾ ਪਏਗਾ ਤੇ ਜਾਂ ਅੱਗ ਵਿੱਚ ਸੜਨਾ ਪਏਗਾ, ਦੋਵਾਂ ਵਿੱਚੋਂ ਤੀਜਾ ਤੇ ਰਸਤਾ ਹੀ ਕੋਈ ਨਹੀਂ। ਗੁਰੂ ਨੂੰ ਧੋਖਾ ਦੇਣਾ ਚਾਹਿਆ ਸੀ, ਪਰ ਇਹ ਗਲਤੀ ਕਰ ਲਈ। ਹਜ਼ੂਰ ਨੇ ਸਿੱਖਾਂ ਨੂੰ ਹੁਕਮ ਦਿੱਤਾ, ਕਹਿਣ ਲੱਗੇ ਲੱਕੜਾਂ ਲਿਆਓ, ਚਿਖਾ ਚਿਣ ਦਿਓ, ਇਸ ਦੀ ਤਿਆਰੀ ਕਰੋ, ਇਹਦੇ ਇਸ਼ਨਾਨ ਦੀ। ਹੁਣ ਜਿਉਂਦੇ ਬੰਦੇ ਦਾ ਦੂਸਰਾ ਇਸ਼ਨਾਨ ਕਿਵੇਂ ਕਰਾਏ? ਉਹ ਸਿੱਖ ਵਿਚਾਰੇ ਮੂੰਹ ਨੀਵਾਂ ਕਰਕੇ ਝੁਕੇ ਹੋਏ ਨੇ, ਕਿਵੇਂ ਕਰੀਏ? ਅਖੀਰ ਨੂੰ ਜਿਹੜਾ ਉਹ ਮਰਨ ਦਾ ਜਿਹੜਾ ਡੌਂਗ ਕਰ ਰਿਹਾ ਸੀ, ਨਾਟਕ ਕਰ ਰਿਹਾ ਸੀ, ਉਹਨੇ ਸੋਚਿਆ ਵੀ ਇਹਨਾਂ ਦਾ ਕੀ ਜਾਣਾ, ਤੇ ਖੜੇ ਰਹਿਣਗੇ, ਕੀ ਪਤਾ ਹੁਣੇ ਲੱਕੜਾਂ ਤੇ ਰੱਖ ਕੇ ਅੱਗ ਲਾ ਦਿੱਤੀ, ਸੜਨਾ ਤੇ ਮੈਂ, ਇਹਨਾਂ ਦਾ ਕੀ ਵਿਗੜੇਗਾ। ਇੱਕਦਮ ਉੱਠ ਕੇ ਖੜਾ ਹੋ ਗਿਆ, ਉੱਠ ਕੇ ਬੈਠ ਗਿਆ। ਸਤਿਗੁਰੂ ਕਹਿੰਦੇ, ਵਾਹ ਸਿੱਖਾ, ਪਰਲੋਕ ਵਿੱਚੋਂ ਵਾਪਸ ਵੀ ਆ ਗਿਆ, ਕੀ ਗੱਲ? ਅੱਗੇ ਗੱਲ ਨਹੀਂ ਸ਼ੁਰੂ ਹੋਈ, ਚਰਨੀ ਢਹਿ ਪਿਆ। ਸਤਿਗੁਰੂ ਤੁਸੀਂ ਅੰਤਰਜਾਮੀ ਹੋ, ਮਨ ਵਿੱਚ ਸਾਡੇ ਖੋਟ ਹੈ, ਅਸੀਂ ਆਪਣੇ ਆਪ ਨੂੰ ਤੁਹਾਡੇ ਤੋਂ ਓਹਲੇ ਵਿੱਚ ਰੱਖ ਕੇ ਸੋਚਦੇ ਹਾਂ ਵੀ ਓਹਲੇ ਵਿੱਚ ਰਹਿ ਗਏ। ਨਹੀਂ, ਓਹਲੇ ਵਿੱਚ ਨਹੀਂ ਕੁਝ ਰਹਿੰਦਾ, ਪਰ ਜਿਹੜਾ ਆਪਣੇ ਆਪ ਨੂੰ ਗੁਰੂ ਦੇ ਅੱਗੇ ਨਗਨ ਕਰ ਦਿੰਦਾ, ਮਨ ਕਰਕੇ ਸੌਂਪ ਦਿੰਦਾ, ਫਿਰ ਇੱਕ ਜ਼ਿੰਮੇਵਾਰੀ ਗੁਰੂ ਦੀ ਹੋ ਜਾਂਦੀ ਵੀ ਇਸ ਸਿੱਖ ਦਾ ਹੁਣ ਪਰਦਾ ਨਹੀਂ ਲੈਣ ਦੇਣਾ, ਭਾਵੇਂ ਕਿੱਥੋਂ ਤੱਕ ਗੱਲ ਚਲੀ ਜਾਏ। ਜਿੰਨਾ ਚਿਰ ਅਸੀਂ ਗੁਰੂ ਵੱਲੋਂ ਪਰਦਾ ਰੱਖਦੇ ਹਾਂ, ਸ਼ਾਇਦ ਇਸੇ ਕਰਕੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਵੀ
ਸਿੱਖ ਬੱਚੀਆਂ ਨੇ ਮੂੰਹ ਦੇ ਉੱਤੇ ਪਰਦਾ ਨਹੀਂ ਕਰਨਾ, ਘੁੰਡ ਨਹੀਂ ਕੱਢਣਾ। ਇਹਦੇ ਵਿੱਚ ਇੱਕ ਸਮਾਜਿਕ ਗੱਲ ਵੀ ਸੀ ਤੇ ਇੱਕ ਅਧਿਆਤਮਕ ਸਿਧਾਂਤ ਵੀ ਨਾਲ ਦਿੱਤਾ ਗੁਰੂ ਅਮਰਦਾਸ ਜੀ ਨੇ। ਇੱਕ ਪਾਸੇ ਤੇ ਇਹ ਕਿਹਾ ਵੀ ਚਿਹਰਾ ਨਹੀਂ ਢੱਕਣਾ, ਇੱਕ ਪਾਸੇ ਇਹਦਾ ਸਿਧਾਂਤ ਸੀ ਕਿ ਸਿੱਖਾ ਤੇਰਾ ਜਿਵੇਂ ਦਾ ਜੀਵਨ ਹੈ, ਗੁਰੂ ਦੇ ਅੱਗੇ ਕੱਪੜਾ ਪਾ ਕੇ ਉਹਨੂੰ ਢੱਕੀ ਨਾ, ਪ੍ਰਗਟ ਕਰਦੇ ਆਪਣੇ ਆਪ ਨੂੰ। ਜਿਵੇਂ ਦਾ ਤੇਰਾ ਆਪਣਾ ਜੀਵਨ ਹੈ ਉਸੇ ਤਰ੍ਹਾਂ ਤੂੰ ਵਿਖਾ ਦੇ। ਜੇ ਤੂੰ ਆਪਣੇ ਆਪ ਨੂੰ ਲੁਕਾ ਲਿਆ, ਫਿਰ ਗੁਰੂ ਨੇ ਤੇਰੇ ਜੀਵਨ ਤੇ ਪਰਦਾ ਨਹੀਂ ਪਾਉਣਾ, ਤੇਰਾ ਪਰਦਾ ਨਹੀਂ ਢੱਕਣਾ ਜੀਵਨ ਦਾ। ਇਸ ਕਰਕੇ ਮਨ ਕੀ ਬੋਲ ਰਿਹਾ, ਕਈ ਕੁਝ ਬੋਲ ਰਿਹਾ, ਤੇ ਸਤਿਗੁਰੂ ਨੇ ਇੱਕ ਤਰੀਕਾ ਦੱਸਿਆ, ਕਹਿਣ ਲੱਗੇ ਹਰ ਬੋਲ ਮਨਾ ਛੰਦ। ਮਨ ਦੇ ਵਿੱਚ ਇਸ ਛੰਦ ਨੂੰ ਬੋਲ, ਇਹਨੂੰ ਪੜ੍ਹ, ਤਉ ਪ੍ਰਸਾਦ ਜੋ ਤੇਰੀ ਕਿਰਪਾ ਨਾਲ ਉਚਾਰਿਆ ਗਿਆ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਕਰੁਣਾਲਿਆ ਹੈ, ਤੂੰ ਸਦੀਵ ਕਾਲ ਕਰੁਣਾ ਵਿੱਚ ਰਹਿੰਦਾ ਹੈ, ਦਇਆ ਵਿੱਚ ਰਹਿੰਦਾ ਹੈ, ਸਾਰਿਆਂ ਤੇ ਦਇਆ ਕਰਨੀ ਚਾਹੁੰਦਾ। ਫਿਰ ਕਹਿੰਦੇ ਅਰ ਘਾਲਿਆ ਹੈ, ਘਾਲਿਆ ਦਾ ਮਤਲਬ ਘਾਲ ਦੇਣਾ, ਖਤਮ ਕਰ ਦੇਣਾ, ਸਮਾਪਤੀ ਕਰ ਦੇਣੀ। ਇਹ ਦੋ ਚੀਜ਼ਾਂ ਇਕੱਠੀਆਂ ਨੇ ਉਹਦੇ ਵਿੱਚ। ਇੱਕ ਪਾਸੇ ਦਇਆ ਬੜੀ ਕਰਦਾ ਤੇ ਇੱਕ ਪਾਸੇ ਘਾਲਿਆ ਦਾ ਅਰਥ ਨਾਸ਼ ਵੀ ਕਰਦਾ, ਸਮਾਪਤੀ ਵੀ ਕਰ ਦਿੰਦਾ ਹੈ। ਫਿਰ ਕਹਿੰਦੇ ਖਲ ਖੰਡਨ ਹੈ, ਮਹਿ ਮੰਡਨ ਹੈ। ਖਲ ਦਾ ਅਰਥ ਹੈ ਵੈਰੀ, ਦੁਸ਼ਮਣਾਂ ਨੂੰ ਖੰਡਨ ਵਾਲਾ ਹੈ, ਦੁਸ਼ਮਣਾਂ ਦੀ ਸਮਾਪਤੀ ਕਰਨ ਵਾਲਾ ਹੈ, ਉਹਨਾਂ ਦੇ ਟੁਕੜੇ ਕਰ ਦਿੰਦਾ ਹੈ। ਮਹਿ ਮੰਡਨ ਹੈ, ਮੰਡਨ ਦਾ ਅਰਥ ਕਹਿੰਦੇ ਨੇ ਸਜਾਵਟ ਕੀਤਾ ਵਿਦਵਾਨਾਂ ਨੇ, ਤੇਰੇ ਵਿੱਚ ਸਜਾਵਟ ਬੜੀ ਹੈ, ਤੂੰ ਸੁੰਦਰ ਬੜਾ ਹੈ, ਤੂੰ ਸੋਹਣਾ ਬੜਾ ਹੈ। ਜਿਹਦੇ ਅੰਦਰ ਉਹ ਪ੍ਰਗਟ ਹੋ ਗਿਆ, ਉਹਨੂੰ ਫਿਰ ਬਾਹਰਲੀ ਸੁੰਦਰਤਾ ਦੀ ਬਹੁਤੀ ਜ਼ਰੂਰਤ ਨਹੀਂ ਰਹਿੰਦੀ। ਅੰਦਰ ਇੰਨੀ ਸੁੰਦਰਤਾ ਉਹਦੇ ਜਲਵਾ ਪ੍ਰਗਟ ਹੋ ਜਾਂਦਾ ਹੈ ਵੀ ਬਾਹਰਲੀ ਸੁੰਦਰਤਾ ਉਹਦੇ ਅੱਗੇ ਫਿੱਕੀ ਪੈ ਜਾਂਦੀ। ਉਹਦੇ ਨਾਮ ਵਿੱਚ ਉਹਦੇ ਅੰਦਰ ਇੰਨੀ ਸੁੰਦਰਤਾ ਹੈ। ਕਲਗੀਧਰ ਪਾਤਸ਼ਾਹ ਅੱਗੇ ਕਹਿੰਦੇ ਜਗਤੇਸ਼ਵਰ ਹੈ, ਸਾਰੇ ਜਗਤ ਦਾ ਉਹ ਮਾਲਕ ਹੈ। ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਬਾਰਨ ਹੈ। ਇਸ ਛੰਦ ਦੇ ਅੰਦਰ ਹਜ਼ੂਰ ਕਲਗੀਧਰ ਪਾਤਸ਼ਾਹ ਨੇ ਕਿਹਾ ਜਗਤੇਸ਼ਵਰ ਹੈ। ਜਗਤੇਸ਼ਵਰ ਜਗਤ ਨੂੰ ਸੁਰ ਵਿੱਚ ਰੱਖਣ ਵਾਲਾ। ਸਵਰ ਦਾ ਅਰਥ ਹੁੰਦਾ ਹੈ, ਸਵਰ ਦਾ ਅਰਥ ਹੈ ਸੁਰ ਕਰਨਾ, ਕਿਸੇ ਚੀਜ਼ ਨੂੰ ਢੰਗ ਵਿੱਚ ਚਲਾਉਣਾ, ਨਿਯਮ ਵਿੱਚ ਚਲਾਉਣਾ। ਸਾਰੇ ਜਗਤ ਨੂੰ ਜਿਸ ਨੂੰ ਤੂੰ ਬਣਾਇਆ ਹੈ, ਸਾਰਿਆਂ ਨੂੰ ਤੂੰ ਇੱਕ ਕਾਨੂੰਨ ਦੇ ਵਿੱਚ, ਇੱਕ ਨਿਯਮ ਵਿੱਚ ਚਲਾ ਰਿਹਾ ਹੈ। ਬਸ ਇੱਕੋ ਆਦਮੀ ਇਸ ਧਰਤੀ ਤੇ ਪੈਦਾ ਕੀਤਾ ਪਰਮਾਤਮਾ ਨੇ, ਜਿਹਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਖੋਲ੍ਹ ਦਿੱਤਾ, ਆਜ਼ਾਦੀ ਦਿੱਤੀ ਵੀ ਤੂੰ ਇਸ ਕਾਨੂੰਨ ਨੂੰ ਤੂੰ ਮੰਨਣਾ ਹੈ ਕਿ ਨਹੀਂ ਮੰਨਣਾ ਹੈ, ਤੇਰੇ ਉੱਤੇ ਅਧਿਕਾਰ ਤੈਨੂੰ ਦੇ ਦਿੱਤੇ ਨੇ। ਸਿਰਫ ਤੇ ਸਿਰਫ 84 ਲੱਖ ਜਿੰਨੀਆਂ ਜੂਨਾਂ ਗਿਣੀਆਂ ਗਈਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਨਿਯਮ ਦੇ ਅਧੀਨ ਨੇ, ਉਹਦੇ ਤੋਂ ਬਾਹਰ ਜਾ ਹੀ ਨਹੀਂ ਸਕਦੀਆਂ। ਜਿਵੇਂ ਚੰਦਰਮਾ ਹੈ, ਉਹਦੀ ਇੱਕ ਲਾਈਨ ਬਣੀ ਹੋਈ ਹੈ, ਉਹਦੇ ਵਿੱਚ ਹੀ ਘੁੰਮਦਾ, ਉਹਦੇ ਤੋਂ ਬਾਹਰ ਨਹੀਂ ਜਾ ਸਕਦਾ। ਜਿਵੇਂ ਸੂਰਜ ਹੈ, ਉਹ ਇੱਕ ਲਾਈਨ ਵਿੱਚ ਚੱਲ ਰਿਹਾ, ਉਹਦੇ ਤੋਂ ਬਾਹਰ ਨਹੀਂ। ਹਵਾ, ਪਾਣੀ, ਅਗਨੀ, ਇਹ ਸਾਰੀਆਂ ਚੀਜ਼ਾਂ ਉਹਦੇ ਬਣਾਏ ਹੋਏ ਸਵਰ ਵਿੱਚ, ਨਿਯਮ ਵਿੱਚ ਚੱਲ ਰਹੀਆਂ ਨੇ। ਬਸ ਇੱਕ ਇਸ ਕਾਇਨਾਤ ਦੇ ਵਿੱਚ ਜੀਵ ਪੈਦਾ ਕੀਤਾ ਹੈ, ਉਹਨੂੰ ਕਹਿੰਦੇ ਨੇ ਮਨੁੱਖ। ਮਨੁੱਖ ਦਾ ਮਤਲਬ ਜਿਹਨੂੰ ਮਨ ਦਿੱਤਾ ਹੈ ਤੇ ਨਾਲ ਬੁੱਧੀ ਦੇ ਦਿੱਤੀ, ਉਹਨੂੰ ਅਧਿਕਾਰ ਦੇ ਦਿੱਤੇ ਨੇ, ਔਰ ਨਾਲ ਅਵਤਾਰਾਂ ਦੇ ਰੂਪ ਵਿੱਚ, ਗੁਰੂਆਂ ਦੇ ਰੂਪ ਵਿੱਚ ਉਹ ਨਿਯਮ ਦੱਸ ਦਿੱਤਾ ਵੀ ਤੂੰ ਜਿਉਣਾ ਕਿਵੇਂ ਹੈ। ਇਸ ਨਿਯਮ ਅਨੁਸਾਰ ਚੱਲ ਕੇ ਤੂੰ ਆਪਣੇ ਜੀਵਨ ਨੂੰ ਉੱਚਾ ਕਰਕੇ ਆਨੰਦ ਦੀ ਪ੍ਰਾਪਤੀ ਕਰਨੀ ਹੈ। ਇਹ ਮਨੁੱਖ ਦੀ ਆਪਣੀ ਮਰਜ਼ੀ ਹੈ ਵੀ ਉਹਨੇ ਗੁਰੂ ਦੀ ਗੱਲ ਸੁਣਨੀ ਹੈ ਕਿ ਨਹੀਂ ਸੁਣਨੀ, ਕਿ ਆਪਣੇ ਮਨ ਦੀ ਮਰਜ਼ੀ ਕਰਨੀ ਹੈ। ਇਸ ਕਰਕੇ ਜੇ ਪਾਪ ਹੈ ਤੇ ਉਹ ਕੇਵਲ ਇੱਕੋ ਜੂਨ ਵਿੱਚ ਹੈ। ਤੁਸੀਂ ਕਦੇ ਵੇਖਿਆ ਵੀ ਕਿਸੇ ਪਸ਼ੂ ਦੀ ਅੰਤਿਮ ਅਰਦਾਸ ਕੀਤੀ ਜਾਏ ਵੀ ਬੜਾ ਪਾਪੀ ਸੀ?
ਉਹ ਪਾਪ ਉੱਥੇ ਹੁੰਦਾ ਹੀ ਨਹੀਂ। ਨਾ ਉੱਥੇ ਪੁੰਨ ਹੋਇਆ, ਨਾ ਉੱਥੇ ਪਾਪ ਹੋਇਆ। ਉਹ ਇੱਕ ਲਾਈਨ ਵਿੱਚ ਚੱਲ ਰਹੇ ਨੇ, ਨਿਯਮ ਵਿੱਚ ਚੱਲ ਰਹੇ ਨੇ। ਉਹਨਾਂ ਨੂੰ ਕੋਈ ਨਹੀਂ ਲੋੜ। ਲੋਕ ਕਹਿੰਦੇ ਨੇ ਵੀ ਇਹ ਗੁਰੂ ਦੀ ਲੋੜ ਕਿਉਂ ਹੈ? ਗੁਰੂ ਦੀ ਲੋੜ ਤਾਂ ਹੈ ਕਿ ਮਨੁੱਖ ਅੱਗੇ ਪਿੱਛੇ ਜਾ ਸਕਦਾ, ਉੱਚਾ ਵੀ ਹੋ ਸਕਦਾ ਤੇ ਨੀਵਾਂ ਵੀ। ਉਸ ਗੱਡੀ ਨੂੰ ਡਰਾਈਵਰ ਦੀ ਲੋੜ ਹੁੰਦੀ ਹੈ ਜਿਹੜੀ ਤੁਰਦੀ ਏ, ਤੇ ਜਿਹੜੀ ਗੱਡੀ ਇੱਕੋ ਥਾਂ ਤੇ ਖੜੀ ਉਹ ਡਰਾਈਵਰ ਤੋਂ ਬਿਨਾਂ ਵੀ ਖੜੀ ਰਹਿੰਦੀ ਹੈ। ਪਸ਼ੂਆਂ ਨੂੰ ਗੁਰੂ ਦੀ ਲੋੜ ਨਹੀਂ ਹੈ, ਉਹਨਾਂ ਨੂੰ ਗੁਰੂ ਨਹੀਂ ਚਾਹੀਦਾ, ਕਿਉਂਕਿ ਉਹਨਾਂ ਨੂੰ ਜਿਵੇਂ ਦਾ ਜੀਵਨ ਅਕਾਲ ਪੁਰਖ ਨੇ ਦਿੱਤਾ ਹੈ ਵੀ 4 ਕਰਮ ਕਰਨੇ ਨੇ। ਇਹ ਘਾਹ ਆਦਿਕ ਖਾਣਾ ਹੈ, ਦੁੱਧ ਦੇਣਾ, ਬੱਚੇ ਪੈਦਾ ਕਰਨੇ ਨੇ, ਸੌਣਾ ਤੇ ਜਾਗਣਾ। ਉਹ ਉਹਨਾਂ ਕਰਮਾਂ ਤੋਂ ਤੀਜਾ ਕਰਮ ਹੀ ਕੋਈ ਨਹੀਂ ਕਰਦੇ। ਨਾ ਉਹ ਪ੍ਰਾਪਰਟੀ ਖਰੀਦਦੇ ਨੇ, ਨਾ ਉਹ ਘਰ ਬਣਾਉਂਦੇ ਨੇ, ਨਾ ਉਹ ਗੱਡੀ ਖਰੀਦਦੇ ਨੇ, ਕੁਝ ਵੀ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਗੁਰੂ ਦੀ ਲੋੜ ਨਹੀਂ। ਸਿਰਫ ਆਦਮੀ ਨੂੰ ਗੁਰੂ ਦੀ ਲੋੜ ਹੈ ਕਿ ਉਹਨੂੰ ਸੰਚਾਲਨ ਕਰਨ ਵਾਲਾ ਚਾਹੀਦਾ, ਚਲਾਉਣ ਵਾਲਾ ਚਾਹੀਦਾ। ਤਾਂ ਇਸ ਤਰ੍ਹਾਂ ਜਗਤੇਸ਼ਵਰ ਹੈ ਜਿਨ੍ਹਾਂ ਨੇ ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਜੀਵਨ ਨੂੰ ਸੁਰ ਕਰ ਲਿਆ, ਉਹਦੇ ਨਾਲ ਮਿਲ ਗਏ, ਸੁਖ ਨੂੰ, ਆਨੰਦ ਨੂੰ ਪ੍ਰਾਪਤ ਕਰ ਗਏ। ਪਰਮੇਸ਼ਵਰ, ਪਰਮੇਸ਼ਵਰ ਦਾ ਭਾਵ ਹੈ, ਇੱਥੇ ਵੈਸੇ ਅਰਥ ਕੀਤੇ ਨੇ ਸਭ ਦਾ ਮਾਲਕ। ਬੜੇ ਬੜੇ ਡੂੰਘੇ ਅਰਥ ਨੇ ਇਹਨਾਂ ਲਫ਼ਜ਼ਾਂ। ਪਰਮ ਦਾ ਅਰਥ ਹੁੰਦਾ ਆਖਰੀ, ਜਿਹਦੇ ਤੋਂ ਅੱਗੇ ਹੋਰ ਕੁਝ ਨਾ ਹੋਵੇ। ਜਿਵੇਂ ਆਪਾਂ ਕਹਿੰਦੇ ਇੱਥੇ ਜਾ ਕੇ ਧਰਤੀ ਖਤਮ ਹੋ ਗਈ, ਇਸ ਤੋਂ ਅੱਗੇ ਧਰਤੀ ਨਹੀਂ ਹੈ। ਜਿਵੇਂ ਆਪਾਂ ਕਹਿੰਦੇ 100 ਤੋਂ ਅੱਗੇ ਗਿਣਤੀ ਨਹੀਂ। ਪਰਮ ਦੇ ਅਰਥ ਨੇ ਬਿਲਕੁਲ ਸਿਰਾ, ਪਰਮ ਆਖਰੀ। ਸਵਰ, ਸਵਰ ਦਾ ਅਰਥ ਹੈ ਸੁਰ ਕਰਨਾ। ਉਹ ਸੰਗੀਤ, ਉਹ ਸੁਰ ਜਿਹੜਾ ਆਖਰੀ ਹੈ, ਜਿਸ ਤੋਂ ਅੱਗੇ ਹੋਰ ਕੁਝ ਵੀ ਨਹੀਂ, ਉਹਨੂੰ ਕਹਿੰਦੇ ਪਰਮੇਸ਼ਵਰ ਹੈ। ਫਿਰ ਹਜ਼ੂਰ ਕਹਿੰਦੇ ਕਲ ਕਾਰਨ ਹੈ। ਕਈ ਵਾਰੀ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਦੇ ਕਾਰਨ ਬਣਾਉਂਦਾ ਹੈ ਕਿ ਕਲ ਕਲੇਸ਼ ਪੈਦਾ ਹੁੰਦਾ ਹੈ। ਇਹ ਵੀ ਉਹਦੀ ਕਾਢ ਹੈ। ਯੁੱਧ ਬਣਦੇ ਨੇ, ਲੜਾਈਆਂ ਸ਼ੁਰੂ ਹੁੰਦੀਆਂ ਨੇ, ਵੱਡੇ ਵੱਡੇ ਯੁੱਧ ਹੁੰਦੇ ਨੇ, ਕਿਉਂਕਿ ਉਹਨਾਂ ਯੁੱਧਾਂ ਦੇ ਰਾਹੀਂ ਉਹ ਸਰੀਰਾਂ ਦੀ ਸਮਾਪਤੀ ਕਰਨੀ ਚਾਹੁੰਦਾ ਹੁੰਦਾ ਹੈ। ਇਹ ਵੀ ਉਹਦੀ ਕਾਢ। ਕਲਗੀਆਂ ਵਾਲੇ ਪਾਤਸ਼ਾਹ ਇਹਦੇ ਵਿੱਚ ਕਹਿ ਰਹੇ ਨੇ ਕਲ ਕਾਰਨ ਹੈ। ਫਿਰ ਕਹਿੰਦੇ ਸਰਬ ਉਬਾਰਨ ਹੈ। ਸਾਰਿਆਂ ਨੂੰ ਤੂੰ ਦੁੱਖਾਂ ਦੇ ਵਿੱਚੋਂ ਕੱਢਣ ਵਾਲਾ ਹੈ, ਉਬਾਰਨ ਵਾਲਾ ਹੈ। ਤ੍ਰਿਤ ਕੇ ਤ੍ਰਣ ਹੈ। ਤ੍ਰਿਤ, ਇਹ ਬਾਣੀ ਆਪ ਜੀ ਰੋਜ਼ ਪੜ੍ਹਦੇ ਹੋ, ਇਸ ਕਰਕੇ ਧਿਆਨ ਦੇਣਾ ਇੱਕ ਇੱਕ ਅੱਖਰ ਵਾ। ਤ੍ਰਿਤ ਕਹਿੰਦੇ ਧਰਤੀ ਨੂੰ, ਧਰਣ ਕਹਿੰਦੇ ਆਧਾਰ ਨੂੰ। ਤੂੰ ਧਰਤੀ ਦਾ ਆਸਰਾ ਹੈ, ਸਾਰੀ ਧਰਤੀ ਨੂੰ ਤੂੰ ਚੁੱਕਿਆ ਹੋਇਆ। ਜਦ ਕਿ ਜਿਹੜਾ ਪੁਰਾਣੀ ਸੱਭਿਅਤਾ ਸੀ, ਪੁਰਾਣਾ ਜਿਹੜਾ ਮਿੱਥ ਸੀ, ਉਹਦੇ ਵਿੱਚ ਇਹ ਕਿਹਾ ਗਿਆ ਵੀ ਧੌਲ ਇੱਕ ਬਲਦ ਹੈ ਜਿਹਨੇ ਧਰਤੀ ਨੂੰ ਚੁੱਕਿਆ ਹੋਇਆ। ਔਰ ਇਹ ਕਹਾਣੀਆਂ ਤੁਸੀਂ ਸੁਣਦੇ ਹੋਵੋਗੇ, ਆਮ ਤੌਰ 'ਤੇ ਸੁਣਾਈਆਂ ਗਈਆਂ ਸਾਨੂੰ ਵੀ ਕਈ ਵਾਰੀ, ਵੀ ਆਪਣੀ ਜਿਹੜੀ ਧਰਤੀ ਹੈ ਇਹਦੇ ਥੱਲੇ ਇੱਕ ਬਲਦ ਖੜਾ ਹੈ, ਤੇ ਉਹ ਬਲਦ ਜਿਹੜਾ ਸਿੰਘ ਤੇ ਉਹਨੇ ਧਰਤੀ ਚੁੱਕੀ ਹੋਈ ਹੈ, ਜਦੋਂ ਵਿਚਾਰਾ ਸਿੰਘ ਬਦਲਦਾ ਨਾ, ਥੱਕ ਜਾਂਦਾ, ਉਹ ਸਿੰਘ ਬਦਲਦਾ ਤੇ ਧਰਤੀ ਤੇ ਭੁਚਾਲ ਆ ਜਾਂਦੇ ਨੇ। ਪਰ ਹਜ਼ੂਰ ਨੇ ਇਹਦੀ ਵਿਆਖਿਆ ਕੀਤੀ ਬੜੀ ਸੁੰਦਰ। ਉਹ ਕਹਿੰਦੇ ਜਿਹੜਾ ਧਵਲ ਹੈ ਨਾ, ਧਵਲ ਦਾ ਅਰਥ ਹੈ ਸਫੈਦ ਰੰਗ ਦਾ। ਇਸ ਲਈ ਧਰਮ ਦਾ ਰੰਗ ਜਿਹੜਾ ਸਫੈਦ ਮੰਨਿਆ ਗਿਆ। ਜਦੋਂ ਧਰਮ ਦੀ ਕਿਸੇ ਨੂੰ ਆਖਰੀ ਪ੍ਰਾਪਤੀ ਹੁੰਦੀ ਹੈ ਤੇ ਉਹਨੂੰ, ਉਹਦਾ ਜੀਵਨ ਸਫੈਦ ਰੰਗ ਨਾਲ ਰੰਗਿਆ ਜਾਂਦਾ ਹੈ। ਇਹ ਆਖਰੀ ਰੰਗ ਹੈ, ਸਾਰੇ ਰੰਗਾਂ ਦਾ ਜੋੜ, ਸਾਰੇ ਰੰਗ ਜਿਹਦੇ ਵਿੱਚ ਸਮਾਏ ਹੋਏ ਸਫੈਦ ਰੰਗ ਹੈ। ਤਾਂ ਉਹ ਧਵਲ ਜਿਹੜਾ ਹੈ, ਬਲਦ ਜਿਹੜਾ, ਹੋਰ ਕੋਈ ਨਹੀਂ। ਹਜ਼ੂਰ ਨੇ ਕਿਹਾ ਧੌਲ ਧਰਮ, ਧਰਮ ਹੀ ਉਹ ਬਲਦ ਹੈ ਜਿਨਨੇ ਸਾਰੀ ਧਰਤੀ ਨੂੰ ਚੁੱਕਿਆ ਹੋਇਆ। ਦਇਆ ਕਾ ਪੂਤ, ਔਰ ਉਹ ਦਇਆ ਦਾ ਪੁੱਤਰ ਹੈ। ਔਰ ਉਸ ਧਰਮ ਨੇ ਸੰਤੋਖ ਥਾਪ ਰੱਖਿਆ ਜਿਨ ਸੂਤ। ਅੱਗੋਂ ਧਰਮ ਦੇ ਵਿੱਚੋਂ ਫਿਰ ਇਹ ਜਿਹੜਾ ਸੰਤੋਖ ਪੈਦਾ ਹੁੰਦਾ ਹੈ, ਸੰਤੋਖ, ਸਬਰ, ਜੋ ਕੁਝ ਹੈ ਉਹਦੇ ਤੇ ਸੰਤੁਸ਼ਟ ਹੋ ਜਾਣਾ। ਇਸ ਤਰ੍ਹਾਂ ਕਹਿੰਦੇ ਕਿ ਧਰਤੀ ਦਾ ਆਸਰਾ ਇਹਨੂੰ ਚੁੱਕਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਮ ਦੁਆਰਾ
ਧਰਮ ਦੁਆਰਾ ਇਸ ਨੂੰ ਚੁੱਕਿਆ ਹੋਇਆ। ਫਿਰ ਕਹਿੰਦੇ ਜਗ ਕੇ ਕਰਣ ਹੈ। ਕਰਣ ਕਹਿੰਦੇ ਨੇ ਕਰਤਾ। ਜਿਵੇਂ ਕਿਸੇ ਚੀਜ਼ ਨੂੰ ਕੋਈ ਬਣਾਉਂਦਾ ਤੇ ਆਪਾਂ ਇਸ ਨੂੰ ਕਹਿ ਦਿੰਦੇ ਹਾਂ ਵੀ ਇਹਦਾ ਕਰਤਾ ਹੈ। ਇਹ ਜਿਹੜੀ ਗੱਡੀ ਹੈ ਇਹ ਕਿਹੜੇ ਦੇਸ਼ ਵਿੱਚ ਬਣੀ ਹੈ, ਇਹ ਉੱਥੋਂ ਦੇ ਇੰਜੀਨੀਅਰ ਨੇ ਬਣਾਈ ਹੈ। ਇਸ ਸਾਰੇ ਜਗਤ ਨੂੰ, ਬ੍ਰਹਿਮੰਡ ਨੂੰ ਅਕਾਲ ਪੁਰਖ ਨੇ ਬਣਾਇਆ ਹੈ। ਔਰ ਅਕਾਲ ਪੁਰਖ ਨੇ ਜਿੱਥੇ ਬ੍ਰਹਿਮੰਡ ਨੂੰ ਬਣਾਇਆ ਉੱਥੇ ਸਾਨੂੰ ਵੀ ਬਣਾਇਆ, ਸਾਡੇ ਸਰੀਰ ਨੂੰ ਵੀ ਬਣਾਇਆ ਹੈ, ਸਾਡੇ ਹੱਥ ਪੈਰ ਵੀ ਉਹਨੇ ਬਣਾਏ ਨੇ। ਉਹ ਸਾਡਾ ਕਰਤਾ ਹੈ, ਸਾਨੂੰ ਘੜਨ ਵਾਲਾ ਹੈ, ਇੰਨੀ ਨੇੜੇ ਹੈ। ਫਿਰ ਕਹਿੰਦੇ ਮਨ ਮਾਨਿਆ ਹੈ ਜਗ ਜਾਣਿਆ ਹੈ। ਮਨ ਦੇ ਅੰਦਰ ਉਸ ਨੂੰ ਮੰਨਣਾ ਚਾਹੀਦਾ, ਜਿਹਨੂੰ ਸਾਰੇ ਜਗਤ ਵਿੱਚ ਜਾਣਿਆ ਜਾਂਦਾ ਹੈ, ਭਾਵ ਸਾਰੇ ਜਗਤ ਵਿੱਚ ਜਿਸ ਦੀ ਜਾਣਕਾਰੀ ਹੈ। ਅਗਲਾ ਗੁਣ ਕਲਗੀਆਂ ਵਾਲੇ ਪਾਤਸ਼ਾਹ ਇਸ ਪਾਵਨ ਬਾਣੀ ਜਾਪ ਸਾਹਿਬ ਵਿੱਚ ਵਿਚਾਰ ਕਹਿ ਰਹੇ ਨੇ। ਕਹਿੰਦੇ ਸਰਬੰਗ ਭਰ ਹੈ, ਸਰਬੰਗ ਕਰ ਹੈ। ਸਰਬੰਗ ਭਰ, ਜਿੰਨੇ ਜੀਵ ਉਹਨੇ ਪੈਦਾ ਕੀਤੇ, ਜਿਵੇਂ ਦੇ ਉਹਨਾਂ ਦੇ ਸਰੀਰ ਸਨ, ਉਹਨਾਂ ਦੇ ਸਰੀਰ ਦੀ ਪਾਲਣਾ ਦੇ ਸਾਧਨ ਪਹਿਲਾਂ ਹੀ ਬਣਾ ਦਿੱਤੇ ਵੀ ਇਹਨਾਂ ਨੂੰ ਕੀ ਕੀ ਚਾਹੀਦਾ। ਉਹਨਾਂ ਦੇ ਸਰੀਰ ਦੀ, ਜਿਵੇਂ 5 ਤੱਤਾਂ ਤੋਂ ਸਾਡਾ ਸਰੀਰ ਬਣਿਆ ਤੇ 5 ਤੱਤ ਦੇਣ ਦਾ ਸਾਨੂੰ ਬਾਹਰੋਂ ਪ੍ਰਬੰਧ ਕਰ ਦਿੱਤਾ ਵੀ ਇਹ ਕਿਵੇਂ ਜਿਉਂਦੇ ਰਹਿ ਸਕਦੇ ਨੇ। ਇਹਨੂੰ ਕਹਿੰਦੇ ਨੇ ਸਰਬੰਗ ਭਰ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਇਹ ਇੱਕ ਬਹੁਤ ਵੱਡੀ ਚਿੰਤਾ ਹੈ ਮਨੁੱਖ ਦੇ ਮਨ ਵਿੱਚ, ਜੀਵਨ ਕਿਵੇਂ ਬਿਤਾਵਾਂਗੇ, ਪਾਲਣਾ ਕਿਵੇਂ ਹੋਵੇਗੀ, ਕਿਵੇਂ ਜੀਵਨ ਚੱਲੇਗਾ ਸੰਸਾਰ ਦੇ ਵਿੱਚ, ਕਾਰੋਬਾਰ ਕਿਵੇਂ ਰਹੇਗਾ। ਤਾਂ ਇਹਨੂੰ ਕਹਿੰਦੇ ਸਰਬੰਗ ਭਰ ਹੈ, ਸਰਬੰਗ ਕਰ ਹੈ, ਸਾਰਿਆਂ ਨੂੰ ਕਰਨ ਵਾਲਾ। ਫਿਰ ਕਹਿੰਦੇ ਸਰਬ ਪਾਸਿਆ ਹੈ। ਸਰਬ ਪਾਸਿਆ, ਸਾਰਿਆਂ ਦੇ ਪਾਸਿਆ ਦਾ ਅਰਥ ਪਾਸ, ਕੋਲ ਹੈ, ਬਿਲਕੁਲ ਨੇੜੇ ਹੈ। ਇਹ ਗੱਲ ਜਿਹਨੇ ਜਾਣ ਲਈ ਵੀ ਉਹ ਸਦਾ ਮੇਰੇ ਨਾਲ ਹੈ, ਉਹ ਫਿਰ ਇੱਧਰ ਉੱਧਰ ਨਹੀਂ ਵੇਖੇਗਾ ਵੀ ਹੁਣ ਕਿੰਨਾ ਕੁ ਟਾਈਮ ਰਹਿ ਗਿਆ, ਹਾਜ਼ਰੀ ਲੱਗਣੀ ਹੈ ਕਿ ਨਹੀਂ, ਪਤਾ ਲੱਗਣਾ ਹੈ ਕਿ ਨਹੀਂ। ਕੋਲ ਹੈ, ਨੇੜੇ ਹੈ, ਨਾਲ ਹੈ, ਬਿਲਕੁਲ ਹਜ਼ੂਰੀ ਵਿੱਚ ਰਹਿੰਦਾ ਹੈ, ਦੂਰ ਨਹੀਂ ਜਾਂਦਾ। ਸਰਬ ਪਾਸਿਆ ਹੈ, ਸਰਬ ਨਾਸਿਆ ਹੈ। ਫਿਰ ਬਚਨ ਕੀਤਾ, ਕਹਿੰਦੇ ਕਰੁਣਾ ਕਰ ਹੈ, ਵਿਸ਼ਵੰਬਰ ਹੈ। ਕਰੁਣਾ ਕਰਨ ਵਾਲਾ ਹੈ, ਦਇਆ ਕਰਨ ਵਾਲਾ ਹੈ ਸਾਰਿਆਂ ਦੇ ਉੱਤੇ, ਸਾਰਿਆਂ 'ਤੇ ਕਿਰਪਾ ਕਰਨ ਵਾਲਾ ਹੈ। ਵਿਸ਼ਵੰਬਰ, ਵਿਸ਼ਵ ਨੂੰ ਭਰਨ ਵਾਲਾ। ਵਿਸ਼ਵੰਬਰ ਦਾ ਅਰਥ ਹੈ ਸਾਰੇ ਜਗਤ ਦੇ ਇਹ ਜਿੰਨੀਆਂ ਵੀ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਦਾ ਹੈ। ਸਰਵੇਸ਼ਵਰ ਹੈ, ਜਗਤਵੇਸ਼ਵਰ ਹੈ। ਸ਼ਬਦਾਂ ਨੂੰ ਦੁਹਰਾਇਆ ਗਿਆ ਹੈ ਵਾਰ-ਵਾਰ। ਇੱਥੇ ਕੋਈ ਹਿਸਾਬ ਦੀ ਗੱਲ ਨਹੀਂ ਕਿ ਕਿੰਨੀਆਂ ਚੀਜ਼ਾਂ ਤੁਸੀਂ ਸਿੱਖੋਗੇ, ਖਿਆਲ ਰੱਖਣਾ। ਗੁਰੂ ਗੋਬਿੰਦ ਸਿੰਘ ਇੱਕ ਲਫ਼ਜ਼ ਨੂੰ ਕਈ ਵਾਰ ਕਹਿ ਰਹੇ ਨੇ ਜਾਪ ਸਾਹਿਬ ਵਿੱਚ, ਕਿਉਂਕਿ ਜਦੋਂ ਕਿਸੇ ਚੀਜ਼ ਵਿੱਚੋਂ ਰਸ ਆਉਂਦਾ ਹੈ ਨਾ, ਫਿਰ ਤਾਂ ਉਹਨੂੰ ਵਾਰ-ਵਾਰ ਕਰਾਂਗੇ। ਤੇ ਜੇ ਕਿਸੇ ਚੀਜ਼ ਨੂੰ ਅਸੀਂ ਬੱਧਾ ਚੱਟੀ ਕਰਨੇ ਆ, ਫਿਰ ਉਹਨੂੰ ਮੁਕਾਉਣ ਦਾ ਯਤਨ ਕਰਨੇ ਆ। ਫਿਰ ਆਦਮੀ ਉਹਨੂੰ ਜਲਦੀ ਮੁਕਾਉਂਦਾ ਹੈ, ਖਿੱਚਦਾ ਹੈ ਵੀ ਇਹ ਕਿਵੇਂ ਸਮਾਪਤ ਹੋ ਜਾਏ, ਕਿਵੇਂ ਕਰ ਲਈਏ। ਤੇ ਜਦੋਂ ਉਹਦੇ ਵਿੱਚੋਂ ਆਨੰਦ ਆਉਣ ਲੱਗ ਪਏ, ਉਹਨੂੰ ਵਾਰ-ਵਾਰ ਕਰਦਾ ਹੈ, ਵਾਰ-ਵਾਰ ਦੁਹਰਾਉਂਦਾ ਹੈ। ਇਸ ਕਰਕੇ ਇਹ ਸ਼ਬਦ ਕਈ ਵਾਰੀ ਆਏ ਨੇ, ਜਗਤਵੇਸ਼ਵਰ ਹੈ, ਸਰਵੇਸ਼ਵਰ ਹੈ। ਇੱਕ ਵਚਨ ਹੋਰ ਆਇਆ ਜੋ ਕੱਲ੍ਹ ਦੇ ਵਿਸ਼ੇ ਵਿੱਚੋਂ ਥੋੜ੍ਹਾ ਜਿਹਾ ਬਚਿਆ ਸੀ, ਉਹਦੇ ਅਰਥ ਮੈਂ 2-4 ਮਿੰਟਾਂ ਵਿੱਚ ਸਾਂਝੇ ਕਰਦੇ ਹਾਂ। ਹਜ਼ੂਰ ਨੇ ਅਕਾਲ ਪੁਰਖ ਦੇ ਸੁਭਾਅ ਬਾਰੇ ਇੱਕ ਵਚਨ ਕਿਹਾ। ਉਹ ਕਹਿੰਦੇ ਨੇ ਅਡੀਠ ਢੀਠ ਧਰਮ, ਅਤ ਢੀਠ ਕਰਮ। ਅਡੀਠ ਧਰਮ, ਅਡੀਠ ਕਹਿੰਦੇ ਡਿੱਠ ਦਾ ਅਰਥ ਹੈ ਵੇਖਣਾ। ਜਿਹੜਾ ਉਹਦਾ ਧਰਮ ਹੈ ਨਾ, ਉਹ ਕਹਿੰਦੇ ਵੇਖਣ ਵਿੱਚ ਨਹੀਂ ਆਉਂਦਾ, ਅਡੀਠ, ਵੇਖਣ ਤੋਂ ਬਿਨਾਂ। ਜਿਨ੍ਹਾਂ ਨੇ ਧਰਮ ਨੂੰ ਪ੍ਰਾਪਤ ਕਰਨਾ ਹੈ, ਉਹਨਾਂ ਨੂੰ ਹਜ਼ੂਰ ਸਮਝਾ ਰਹੇ ਨੇ ਕਲਗੀਧਰ ਪਾਤਸ਼ਾਹ ਆਪਣੇ ਸਿੱਖ ਨੂੰ, ਵੀ ਜਿਸ ਧਰਮ ਤੱਕ ਤੁਸੀਂ ਜਾਣਾ ਹੈ, ਜਿਸ ਦੀ ਫਲ ਦੀ ਪ੍ਰਾਪਤੀ ਕਰਨੀ ਹੈ, ਉਹ ਦਿਸਣ ਵਾਲਾ ਨਹੀਂ ਹੈ। ਵੀ ਤੁਸੀਂ ਬਾਹਰ ਤਸਵੀਰ ਬਣਾ ਕੇ ਦਿਖਾ ਦਿਓ, ਨਕਸ਼ਾ ਖਿੱਚ ਦਿਓ ਸੱਚਖੰਡ ਦਾ, ਵੀ ਇਸ ਤਰ੍ਹਾਂ ਦਾ ਹੈ, ਉੱਥੇ ਇਸ ਤਰ੍ਹਾਂ ਦਾ ਰੰਗ ਹੈ, ਇਸ ਤਰ੍ਹਾਂ ਦੇ ਲੋਕ ਕੱਪੜੇ ਪਾਉਂਦੇ। ਨਹੀਂ, ਉਹ ਸਾਰੇ ਦਾ ਸਾਰਾ ਨਾਂ ਦਿਸਣ ਵਾਲਾ ਹੈ।
ਤੇ ਆਦਮੀ ਦੀ ਰੁਚੀ ਹੈ ਵੀ ਕੁਝ ਵਿਖਾਓ। ਮਨੁੱਖ ਵੇਖਣ ਤੋਂ ਬੜਾ ਪ੍ਰਭਾਵਿਤ ਹੁੰਦਾ ਹੈ। ਇਸ ਕਰਕੇ ਇਸ ਤਰ੍ਹਾਂ ਦੇ ਧਰਮ ਬੜੇ ਚੱਲਦੇ ਨੇ ਸੰਸਾਰ ਵਿੱਚ, ਜਿਹੜੇ ਕਹਿੰਦੇ ਨੇ ਆਓ ਤੁਹਾਨੂੰ ਰੱਬ ਦਿਖਾਵਾਂਗਾ। ਉਹ ਪਹਿਲੀ ਤਾਂ ਬੇਈਮਾਨੀ ਇਹ ਹੋ ਗਈ, ਕਿਉਂਕਿ ਉਹ ਹੈ ਹੀ ਆਡੀਠ ਧਰਮ, ਉਹ ਤੇ ਦਿਸਣ ਵਾਲਾ ਹੈ ਹੀ ਨਹੀਂ। ਜਿੱਥੇ ਇਹ ਲਫ਼ਜ਼ ਆ ਗਿਆ ਵੀ ਕਿਸੇ ਨੇ ਕਿਹਾ ਵੀ ਉੱਥੇ ਤੁਹਾਨੂੰ ਦਿਖਾਇਆ ਜਾਏਗਾ 24 ਘੰਟਿਆਂ ਵਿੱਚ, ਚਾਨਣ ਦਿਸੇਗਾ ਤੁਹਾਨੂੰ ਉੱਥੇ ਇਹ ਕੁਝ ਦਿਸੇਗਾ, ਤਾਂ ਉਹਦਾ ਮਤਲਬ ਸਾਫ਼ ਹੈ ਵੀ ਇੱਥੇ ਧੋਖਾ ਹੈ, ਕਿਉਂਕਿ ਉਹ ਦਿਸਣ ਦਾ ਵਿਸ਼ਾ ਹੈ ਹੀ ਨਹੀਂ। ਉਹ ਤੇ ਬੰਦੇ ਦਾ ਸੁਭਾਅ ਹੈ, ਉਹ ਤੇ ਬੰਦੇ ਦਾ ਅੰਦਰ ਦਾ ਜੀਵਨ ਹੈ। ਤਾਂ ਜਿਹੜਾ ਸਤਿਗੁਰੂ ਨੇ ਸਾਨੂੰ ਧਰਮ ਦਿੱਤਾ, ਉਹ ਕਹਿੰਦੇ ਆਡੀਠ, ਦਿਸਣ ਤੋਂ ਨਾ ਦਿਸਣ ਤੱਕ ਦੀ ਦੁਨੀਆ। ਇਹਨੂੰ ਇਉਂ ਕਹਿ ਲਈਏ ਦੋ ਸ਼ਬਦਾਂ ਵਿੱਚ, ਜੋ ਕੁਝ ਅਸੀਂ ਅੱਜ ਤੱਕ ਵੇਖਿਆ ਉਹ ਦਿਸਣ ਤੱਕ ਸੀਮਤ ਹੈ। ਅਸੀਂ ਗੁਰਦੁਆਰਿਆਂ ਵਿੱਚ ਧਾਰਮਿਕ ਥਾਵਾਂ 'ਤੇ ਵੀ ਗਏ, ਉਹਦੀ ਵਿਆਖਿਆ ਕੀ ਕੀਤੀ, ਫਲਾਣੇ ਥਾਂ 'ਤੇ ਗਏ ਸੀ ਯਾਤਰਾ ਕਰਨ, ਕੀ ਵੇਖਿਆ? ਇਮਾਰਤ ਬਹੁਤ ਵੱਡੀ ਹੈ, ਚੰਦੋਆ ਸਾਹਿਬ ਬਹੁਤ ਵੱਡਾ ਲੱਗਾ ਹੋਇਆ ਹੈ, ਲੰਗਰ ਉੱਥੇ 300 ਪ੍ਰਕਾਰ ਦੀ ਵੈਰਾਈਟੀ ਸੀ। ਇਹ ਬੋਲਿਆ ਜਾਂਦਾ ਸਟੇਜਾਂ 'ਤੇ। ਬੜੇ ਬੜੇ ਵੱਡੇ ਧਰਮ ਦੇ ਆਗੂ ਅਜੇ ਤੱਕ ਵੀ ਬੋਲੀ ਜਾ ਰਹੇ ਨੇ, ਅਸੀਂ ਫਲਾਣੇ ਥਾਂ 'ਤੇ ਇੰਨੇ 100 ਲੰਗਰ ਦੀ ਵੈਰਾਈਟੀ ਲਾਈ, ਇੰਨੇ ਰੰਗ ਦੇ ਲੱਡੂ ਵੰਡੇ ਸਨ, ਇੰਨੇ ਰੰਗ ਦੀਆਂ ਜਲੇਬੀਆਂ ਵੰਡੀਆਂ ਸਨ। ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨਾਲ ਕਿੰਨੇ ਕੁ ਲੋਕਾਂ ਨਾਲ ਜੋੜਿਆ? ਸਵਾਲ ਤੇ ਇਹ ਹੈ। ਇੱਕ ਤਾਂ ਬਾਹਰੋਂ ਜੋੜਨਾ ਉਹ ਚੰਗੀ ਗੱਲ ਹੈ, ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦੇਣਾ ਅੰਮ੍ਰਿਤ ਛਕਾ ਕੇ, ਭਲਾ ਹੈ। ਕਿੰਨੇ ਕੁ ਲੋਕਾਂ ਨੂੰ ਜੋੜਿਆ, ਇਹ ਹੈ ਧਰਮ। ਕਿੰਨੇ 100 ਪ੍ਰਕਾਰ ਦਾ ਲੰਗਰ ਲਾਇਆ, ਕੋਈ ਬਹੁਤਾ ਵੱਡਾ ਧਰਮ ਨਹੀਂ ਹੈ। ਕਰ ਲੈਣਾ ਚਾਹੀਦਾ, ਮਾੜਾ ਵੀ ਨਹੀਂ, ਪਰ ਇਹਦੀ ਵਿਆਖਿਆ ਕੀ ਹੋਈ ਐਡੀ ਵੱਡੀ ਥਾਂ ਤੋਂ? ਜਿੱਥੋਂ ਸ਼ਬਦ ਦੀ ਗੱਲ ਹੋਣੀ ਸੀ, ਜਿਸ ਮਾਈਕ ਵਿੱਚੋਂ, ਜਿੱਥੋਂ ਨਾਮ ਦੀ ਗੱਲ ਹੋਣੀ ਸੀ, ਜਿੱਥੋਂ ਗੁਰੂ ਦੇ ਗੁਣ ਦੱਸੇ ਜਾਣੇ ਸਨ, ਉੱਥੇ ਲੰਗਰਾਂ ਦੀ ਜਿਹੜੀ ਇਹ ਵਿਆਖਿਆ ਸ਼ੁਰੂ ਹੋ ਗਈ। ਤਾਂ ਇਹ ਜਿਹੜਾ ਧਰਮ ਅਸੀਂ ਉਹਦੇ ਬਾਅਦ ਵਿੱਚ ਆਪ ਅਰਥ ਕੱਢ ਲੈਂਦੇ ਹਾਂ। ਇਸ ਲਈ ਸਾਹਿਬ ਕਹਿੰਦੇ ਨੇ ਜਿਹੜਾ ਦਿਸਣ ਵਾਲਾ ਧਰਮ ਹੈ ਨਾ ਸਿੱਖ ਦਾ, ਬਾਹਰੋਂ ਵੇਖੇ ਦਰਸ਼ਨ, ਕੋਈ ਇਹਦੇ ਵਿੱਚ ਹਰਜ ਨਹੀਂ। ਗੁਰਦੁਆਰਿਆਂ ਦੇ ਦਰਸ਼ਨ ਕਰੇ, ਸੰਗਤ ਦੇ ਦਰਸ਼ਨ ਕਰੇ, ਗੁਰਪੁਰਬਾਂ ਦੇ ਦਰਸ਼ਨ ਕਰੇ, ਨਗਰ ਕੀਰਤਨ ਦੇ ਦਰਸ਼ਨ ਕਰ ਲਵੇ, ਕੋਈ ਸ਼ੱਕ ਨਹੀਂ। ਪਰ ਕਈ ਵਾਰੀ ਆਪਾਂ ਇਹ ਕਹਿ ਦਿੰਦੇ ਅਸੀਂ ਇੰਨਾ ਕੁਝ ਵੇਖ ਲਿਆ, ਹੁਣ ਤੇ ਬੜੇ ਵੱਡੇ ਸਿੱਖ ਹੋ ਗਏ। ਹਜ਼ੂਰ ਕਹਿੰਦੇ ਨਹੀਂ, ਇਹ ਵੇਖ ਵੇਖ ਕੇ ਤੂੰ ਉਹਨੂੰ ਵੀ ਵੇਖ ਜਿਹੜਾ ਦਿਸਦਾ ਨਹੀਂ, ਜਿਹੜਾ ਮਹਿਸੂਸ ਕੀਤਾ ਜਾਂਦਾ ਹੈ। ਉਹ ਹੈ ਗੁਰੂ ਸ਼ਬਦ, ਉਹ ਹੈ ਨਾਮ, ਉਹਦੇ ਨਾਲ ਵੀ ਕਦੀ ਜੁੜਿਆ ਨਹੀਂ ਤਾਂ ਤੂੰ ਰਾਹ ਵਿੱਚ ਹੀ ਰੁਕ ਗਿਆ, ਤੂੰ ਕਿਤੇ ਵੀ ਨਹੀਂ ਗਿਆ। ਇਸ ਕਰਕੇ ਕਹਿੰਦੇ ਆਡੀਠ ਧਰਮ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਉਹਦਾ ਜਿਹੜਾ ਅੰਤਰੀਵ ਧਰਮ ਹੈ, ਨਾਮ ਹੈ, ਉਹ ਆਡੀਠ ਹੈ, ਨਾ ਦਿਸਣ ਵਾਲਾ। ਫਿਰ ਸਾਹਿਬ ਕਹਿੰਦੇ ਅਤ ਢੀਠ ਕਰਮ। ਢੀਠ ਵੈਸੇ ਸ਼ਬਦ ਜਿਹੜਾ ਅਸੀਂ ਜਦੋਂ ਕਿਸੇ ਨੂੰ ਬਹੁਤ ਮਾੜਾ ਬੋਲਣਾ ਹੋਵੇ ਉਦੋਂ ਆਪਾਂ ਕਹਿ ਦਿੰਦੇ ਵੀ ਇਹ ਆਦਮੀ ਬੜਾ ਢੀਠ ਹੈ। ਇਹ ਸ਼ਬਦ ਬੜੀ ਵਾਰੀ ਆਇਆ। ਹਜ਼ੂਰ ਨੇ ਬਾਣੀ ਵਿੱਚ ਇੱਕ ਸਿੱਖ ਨੂੰ ਇਹ ਗੱਲ ਸਮਝਾਈ ਹੈ ਵੀ ਜੇ ਤੂੰ ਧਰਮ ਕਮਾਉਣਾ ਹੈ ਨਾ, ਢੀਠ ਹੋ ਜਾ ਬਿਲਕੁਲ। ਢੀਠ ਦਾ ਮਤਲਬ ਕੀ ਹੈ? ਤੁਸੀਂ ਭਿਖਾਰੀ ਵੇਖੇ ਹੋਣਗੇ ਬੜੇ ਢੀਠ ਨੇ, ਦਰਵਾਜ਼ਾ ਫੜ ਕੇ ਬੈਠ ਜਾਂਦੇ, ਭਾਵੇਂ ਕੋਈ ਗਾਲਾਂ ਕੱਢੇ, ਜੋ ਕਹੇ ਵੀ ਤੁਸੀਂ ਨਿਕੰਮੇ ਹੋ, ਕੰਮ ਨਹੀਂ ਕਰਦੇ, ਘਰੋਂ ਕੱਢੇ ਹੋਏ ਹੋ, ਇਹ ਹੈ ਉਹ ਹੈ। ਉਹ ਇੱਕ ਨਹੀਂ ਸੁਣਦੇ, ਉਹ ਬਸ ਆਪਣੀ ਗੱਲ ਕਰੀ ਜਾਂਦੇ ਨੇ। ਹਜ਼ੂਰ ਕਹਿੰਦੇ ਵੀ ਜੇ ਤੂੰ ਧਰਮ ਕਮਾਉਣਾ ਤੈਨੂੰ ਬੜਾ ਵੱਡਾ ਢੀਠ ਹੋਣਾ ਪਏਗਾ। ਢੀਠ ਦਾ ਮਤਲਬ ਤੂੰ ਕਰੀ ਹੀ ਜਾਣਾ ਹੈ, ਕੋਈ ਮਿਲਦਾ ਨਹੀਂ ਮਿਲਦਾ ਗੱਲ ਵੱਖਰੀ ਹੈ। ਢੀਠ ਦਾ ਭਾਵ ਇਹ ਹੈ ਅਤ ਢੀਠ ਕਰਮ। ਅਕਾਲ ਪੁਰਖ ਦੇ ਜਿਹੜੇ ਕਰਮ ਨੇ ਨਾ, ਉਹਦਾ ਸੁਭਾਵ ਜਿਹੜਾ ਉਹ ਅਤ ਢੀਠ ਦਾ ਮਤਲਬ ਬੜਾ ਸਖਤ ਹੈ। ਉਹ ਆਪਣੀ ਲਾਈਨ ਨੂੰ ਨਹੀਂ ਛੱਡਦਾ, ਜੋ ਮਰਜ਼ੀ ਹੋ ਜਾਏ, ਅਖੀਰ ਤੱਕ ਅੜਿਆ ਰਹਿੰਦਾ ਹੈ। ਤੇ ਸਿੱਖ ਦੇ ਅੰਦਰ ਵੀ ਗੁਰੂ ਨੇ ਦ੍ਰਿੜਤਾ ਭਰ ਦੇਣੀ ਵੀ ਉਹ ਇੰਨਾ ਦ੍ਰਿੜ ਹੋ ਜਾਂਦਾ ਵੀ ਜਿਹੜੀ ਗੱਲ ਉਹਨੂੰ ਗੁਰੂ ਨੇ ਦੱਸੀ ਹੈ ਉਹਨੂੰ ਹੀ ਮੰਨਣਾ ਪੱਕਾ ਕਰਕੇ, ਬਾਕੀ ਨੂੰ ਸੁਣਨਾ ਹੀ ਨਹੀਂ ਕਿਸੇ ਨੂੰ।
ਆਪਣੇ ਧਰਮ ਪ੍ਰਤੀ ਇੰਨਾ ਢੀਠ ਹੈ ਸਿੱਖ ਜਿਹੜਾ। ਇਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਕਿ ਬਿਨ ਗੁਰ ਸ਼ਬਦ ਨਾ ਸੁਣੇ ਬੋਲਾ, ਗੁਰੂ ਤੋਂ ਬਿਨਾ ਹੋਰ ਕੋਈ ਗੱਲ ਸੁਣਦਾ ਹੀ ਨਹੀਂ। ਕੋਈ ਹਵਾ ਵਗੇ ਪਈ, ਕੋਈ ਬੋਲੀ ਜਾਏ, ਕੋਈ ਸਿਖਾਈ ਜਾਏ, ਕੁਝ ਕਹੀ ਜਾਏ, ਪਰ ਗੱਲ ਜਿਹੜੀ ਗੁਰੂ ਦੇ ਉਹ ਅੰਦਰ ਪੱਕੀ ਵੱਜ ਗਈ, ਹੋਰ ਕਿਸੇ ਦੀ ਗੱਲ ਨੂੰ ਥਾਂ ਹੀ ਨਹੀਂ ਦੇਣਾ। ਉਹਨੂੰ ਕਹਿੰਦੇ ਅਤ ਢੀਠ ਕਰਮ ਅਣ ਬ੍ਰਣ ਅਨੰਤ। ਅਣ ਬ੍ਰਣ ਵੈਸੇ ਵਰਨ ਦੇ ਅਰਥ ਨੇ ਰੰਗ, ਅਣ ਦਾ ਅਰਥ ਹੈ ਜਿਹਦਾ ਕੋਈ ਰੰਗ ਨਹੀਂ। ਵੈਸੇ ਬਰਨ ਦੇ ਅਰਥ ਹੁੰਦੇ ਨੇ ਖੂਨ, ਖੂਨ ਦਾ ਅਰਥ ਹੈ ਲਾਲ ਰੰਗ, ਉਹ ਗੇਰਵੇ ਰੰਗ ਵਾਲਾ ਨਹੀਂ ਹੈ। ਅਣ ਬ੍ਰਣ ਅਨੰਤ ਦਾਤਾ ਮਹੰਤ, ਬੜਾ ਵੱਡਾ ਦਾਤਾ ਹੈ। ਮਹੰਤ ਦੇ ਅਰਥ ਨੇ ਬਹੁਤ ਵੱਡਾ, ਬੜਾ ਮਹਾਨ ਹੈ, ਵੱਡਾ ਦਾਤਾ ਹੈ। ਔਰ ਉਹਦੇ ਵਿੱਚ ਵੱਡਾ ਦਾਤਾ ਤਿਲ ਨਾ ਤਮਾਏ, ਦੇ ਹੀ ਜਾਂਦਾ ਹੈ, ਉਹਨੂੰ ਕੋਈ ਤਮਾ ਨਹੀਂ। ਐਸੇ ਅਕਾਲ ਪੁਰਖ ਨਾਲ ਕਲਗੀਆਂ ਵਾਲੇ ਪਾਤਸ਼ਾਹ ਜੋੜ ਰਹੇ ਨੇ। ਆਓ ਸਾਧ ਸੰਗਤ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।